we are going to talk about the past indefinite tense. We have already discussed about present indefinite tense. present ਦੇ ਆਪਾਂ ਕਰ ਚੁੱਕੇ ਹਾਂ, ਬਟ ਹੁਣ ਅਸੀਂ ਕਰਨ ਜਾ ਰਹੇ ਹਾਂ past indefinite tense। ਇਹਦੇ ਵਿੱਚ ਕੀ ਹੁੰਦਾ ਵਾ ਕਿ ਅਸੀਂ ਗੱਲ ਕਰਨੀ ਹੁੰਦੀ ਹੈ ਜੋ ਸਮਾਂ ਬੀਤ ਚੁੱਕਾ ਉਸ ਦੀ। ਠੀਕ ਹੈ, ਪ੍ਰੈਜ਼ੈਂਟ ਵਿੱਚ ਆਪਾਂ ਗੱਲ ਕਰਕੇ ਆਏ ਹਾਂ ਕਿ ਜੋ ਸਮਾਂ ਜੋ ਕੰਮ ਰੋਜ਼ ਹੁੰਦਾ ਇੰਡੈਫੀਨਿਟ ਦਾ। ਠੀਕ ਹੈ, ਇੱਥੇ ਮੈਂ ਲਿਖ ਦੇਣਾ ਹਾਂਜੀ ਕਿ ਪ੍ਰੈਜ਼ੈਂਟ indefinite tense talks about the daily routine works। ਠੀਕ ਹੈ, ਬਟ ਪਾਸਟ ਇੰਡੈਫੀਨਿਟ ਜਿਹੜਾ ਟੈਂਸ ਹੈਗਾ ਉਹ ਸਾਨੂੰ ਕੀ ਦੱਸ ਰਿਹਾ? ਪਾਸਟ ਇੰਡੈਫੀਨਿਟ ਟੈਂਸ tells us about the activities ਕਹਿ ਸਕਦੇ ਜਾਂ ਫਿਰ ਹੈ ਨਾ ਹਾਂਜੀ activities done in the past at a particular moment। ਕਿਸੇ ਇੱਕ ਖਾਸ ਮੂਮੈਂਟ 'ਤੇ ਜਾਂ ਇੱਕ ਟਾਈਮ 'ਤੇ ਤੁਸੀਂ ਕੋਈ ਕੰਮ ਕੀਤਾ ਹੋਇਆ ਜਾਂ ਇੱਕ ਸਿਚੁਏਸ਼ਨ 'ਚ ਰਹਿ ਕੇ ਕੰਮ ਕੀਤਾ ਹੋਵੇ ਪਾਸਟ ਸਿੰਪਲ ਪਾਸਟ ਕਿ ਮੈਂ ਕੰਮ ਕੀਤਾ ਸੀ। ਠੀਕ ਹੈ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਹਾਂਜੀ ਮੈਂ ਕੱਲ੍ਹ ਕਲਾਸ ਲਾਈ ਸੀ, ਮੈਂ ਪਰਸੋਂ ਗਾਣਾ ਗਾਇਆ ਸੀ, ਮੈਂ ਕੱਲ੍ਹ ਖਾਣਾ ਪਕਾਇਆ ਸੀ। ਠੀਕ ਹੈ, ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਪਾਸਟ ਇੰਡੈਫੀਨਿਟ ਟੈਂਸ ਕਹਿੰਦੇ। ਨੋਰਮਲ ਰੂਟੀਨ ਵਰਕਸ ਜਿਹੜੇ ਤੁਸੀਂ ਪਾਸਟ ਕੀਤੇ ਸੀ। ਠੀਕ ਹੈ, ਹਾਂਜੀ ਇਸ ਵਿੱਚ ਦੇਖੋ ਸਟਾਰਟਿੰਗ ਕਿਵੇਂ ਹੋਣੀ ਹੈ। ਰੂਲ ਇਹਦਾ ਰਹੇਗਾ ਕਿ ਇਹਦੇ ਵਿੱਚ ਸਬਜੈਕਟ ਫਸਟਲੀ ਯੂਜ਼ ਹੋਏਗਾ। ਸਬਜੈਕਟ ਕੀ ਹੁੰਦਾ? ਸਬਜੈਕਟ ਹੁੰਦਾ ਐਕਸ਼ਨ ਪਰਫੋਰਮਰ, ਜੋ ਐਕਸ਼ਨ ਪਰਫੋਰਮ ਕਰ ਰਿਹਾ। ਐਜ਼ ਵੀ ਨੋ ਅਸੀਂ ਕਰ ਚੁੱਕੇ ਹਾਂ ਚੀਜ਼ ਨੂੰ। ਠੀਕ ਹੈ, ਦੈਨ ਹਾਂਜੀ ਸਾਡੇ ਕੋਲ ਆਉਂਦਾ ਐਕਸ਼ਨ ਤੋਂ ਬਾਅਦ ਸਾਡੇ ਕੋਲ ਸਬਜੈਕਟ ਤੋਂ ਬਾਅਦ ਆਉਂਦਾ ਵਰਬ। ਪਰ ਇੱਥੇ ਵਰਬ ਕਿਹੜੀ ਆਏਗੀ? ਹੁਣ ਇਹਦੇ ਫਸਟ ਫਾਰਮ ਵਰਬ ਨਹੀਂ ਆਏਗੀ। ਵੀ ਸ਼ੁੱਡ ਨੋ ਵੀ ਵਿਲ ਯੂਜ਼ ਸੈਕਿੰਡ ਫਾਰਮ ਆਫ ਵਰਬ ਇਹਦੇ ਵਿੱਚ। ਹਾਂਜੀ ਅਸੀਂ ਪਿੱਛੇ ਹੀ ਮੈਂ ਤੁਹਾਨੂੰ ਜਦੋਂ ਕਰਾ ਰਿਹਾ ਸੀ ਤੁਹਾਨੂੰ ਮੈਂ ਉਦੋਂ ਹੀ ਕਿਹਾ ਸੀ ਕਿ ਵਰਬਸ ਤੁਹਾਨੂੰ ਕਰਾ ਰਿਹਾ, ਬਟ ਕਿਹੜੀ ਫਾਰਮ ਕਿੱਥੇ ਲੱਗਣੀ ਹੈ ਤੁਹਾਨੂੰ ਪਤਾ ਲੱਗੇਗਾ ਵੈਨ ਵੀ ਵਿਲ ਡਿਸਕਸ ਅਬਾਊਟ ਦਾ ਟੈਂਸਿਸ ਵਿੱਚ ਪਤਾ ਸਮਝ ਲੈਂਦੀ ਕਿ ਕਿਹੜੀ ਵਰਬ ਕਿੱਥੇ ਆ ਰਹੀ ਹੈ। ਠੀਕ ਹੈ ਜੀ, ਸੋ ਹਾਂਜੀ ਸਬਜੈਕਟ ਆ ਗਿਆ, ਸੈਕਿੰਡ ਫਾਰਮ ਵਰਬ ਆ ਗਿਆ, ਦੈਨ ਲਾਸਟਲੀ ਵੀ ਨੋ ਵੈਰੀ ਵੈਲ ਵੀ ਹੈਵ ਟੂ ਰਾਈਟ ਆਬਜੈਕਟ। ਆਬਜੈਕਟ ਦਾ ਮਤਲਬ ਹੁੰਦਾ ਹੈ ਐਕਸ਼ਨ ਰਿਸੀਵਰ, ਜਿਹੜਾ ਐਕਸ਼ਨ ਰਿਸੀਵ ਕਰ ਰਿਹਾ। ਤੇ ਵਰਬ ਸਾਡਾ ਹਾਂਜੀ ਐਕਸ਼ਨ ਹੈਗਾ ਸੀ। ਸੋ ਦਿਸ ਇਜ਼ ਦਾ ਸਿੰਪਲ ਰੂਲ। ਠੀਕ ਹੈ, ਪਾਸਟ ਦਾ ਰੂਲ ਇਹੀ ਚੱਲਦਾ। ਨਾਓ ਕਮਿੰਗ ਟੂ ਦਾ ਨੈਕਸਟ ਪੁਆਇੰਟ, ਇਹਦੇ ਵਿੱਚ ਕੋਈ ਐਗਜ਼ਾਮਪਲਸ ਲੈਂਦੇ ਹਾਂ। ਠੀਕ ਹੈ, ਉਹਦੇ ਅਕੋਰਡਿੰਗ ਕਰਦੇ ਹਾਂ। ਹੁਣ ਜਿਹੜਾ ਤੁਹਾਨੂੰ ਰੂਲ ਦੱਸਿਆ ਨਾ, ਅਤੇ ਬੇਸਿਕਲੀ ਇਹ ਰੂਲ ਕੀ ਹੋ ਗਿਆ? ਟੈਂਸ ਦਾ ਰੂਲ ਹੈ, ਮਤਲਬ ਐਕਟਿਵ ਵੋਇਸ ਦਾ ਰੂਲ ਆ ਗਿਆ ਨਾ। ਟੈਂਸ ਮਤਲਬ ਐਕਟਿਵ ਵੋਇਸ। ਠੀਕ ਹੈ, ਤਾਂ ਸੇਮ ਚੀਜ਼ ਹੈਗੀ, ਇਹ 'ਚ ਕੋਈ ਫਰਕ ਤਾਂ ਹੈ ਹੀ ਨਹੀਂ। ਸੋ ਜਿਹਦੇ 'ਚ ਸਬਜੈਕਟ ਵਰਬ ਅਤੇ ਆਬਜੈਕਟ ਆ ਗਏ, ਮਤਲਬ ਐਸ ਵੀ ਓ, ਅਸੀਂ ਯਾਦ ਰੱਖਣਾ ਐਸ ਵੀ ਅਤੇ ਓ। ਐਸ ਵੀ ਓ ਦਾ ਰੂਲ ਆ ਗਏ, ਦੈਟ ਮੀਨਸ ਉਹ ਕੀ ਹੈ? ਐਕਟਿਵ ਵੋਇਸ ਹੈਗੀ। ਠੀਕ ਹੈ ਸਰ। ਲੈਟ ਅਸ ਟੇਕ ਸਮ ਐਗਜ਼ਾਮਪਲਸ ਲੈਂਦੇ ਹਾਂ। ਅਸੀਂ ਇੱਥੇ ਕਹਿ ਰਹੇ ਹਾਂ ਕਿ ਇਹਦੇ ਵਿੱਚ ਆ ਗਿਆ ਕਿ ਆਈ ਕੰਪਲੀਟਿਡ ਦੀ ਐਕਸਰਸਾਈਜ਼ ਯੈਸਟਰਡੇ, ਕਿ ਮੈਂ ਕੱਲ੍ਹ ਜਿਹੜੀ ਹੈ ਆਪਣੀ ਐਕਸਰਸਾਈਜ਼ ਕੰਪਲੀਟ ਕਰ ਲਿੱਤੀ। ਠੀਕ ਹੈ, ਸੋ ਮਤਲਬ ਕੱਲ੍ਹ ਕੀਤੀ ਸੀ। ਠੀਕ ਹੈ, ਸੋ ਕੰਮ ਤੁਸੀਂ ਜੋ ਕੀਤਾ ਸੀ, ਅਤੇ ਮੈਂ ਲਿਖਣ ਲੱਗਾ ਪੰਜਾਬੀ ਕਿ ਕੱਲ੍ਹ ਮੈਂ ਆਪਣੀ ਐਕਸਰਸਾਈਜ਼ ਕੰਪਲੀਟ ਕੀਤੀ ਸੀ। ਠੀਕ ਹੈ, ਸਿੰਪਲ ਚੀਜ਼ ਜੋ ਤੁਸੀਂ ਪੰਜਾਬੀ 'ਚ ਲਿਖੋਗੇ ਉਹਨੂੰ ਤੁਸੀਂ ਕੀ ਕਰਨਾ? ਸਬਜੈਕਟ ਤੁਹਾਡਾ ਇਹ ਆ ਗਿਆ ਹੈ, ਜਿਹਦੇ 'ਚ ਆਪਣੇ ਆਪ ਨੂੰ ਤੁਸੀਂ ਆਈ ਕਿਹਾ, ਇਹਦੇ 'ਚ ਕੰਪਲੀਟਿਡ ਆ ਗਿਆ ਹਾਂਜੀ ਵਰਬ ਦੀ ਸੈਕਿੰਡ ਫਾਰਮ, ਐਂਡ ਦਿਸ ਵਾਸ ਇਹ ਜਿਹੜਾ ਹੈਗਾ ਸੀ ਤੁਹਾਡਾ ਹੈਗਾ ਸੀ ਆਬਜੈਕਟ। ਯੈਸਟਰਡੇ ਹੈਗਾ ਟਾਈਮ ਪੀਰੀਅਡ, ਕੀ ਟਾਈਮ 'ਤੇ ਤੁਸੀਂ ਗੱਲ ਕਰ ਸਕਦੇ ਹੋ। ਠੀਕ ਹੈ, ਅਦਰਵਾਈਜ਼ ਅਸੀਂ ਇਹ ਜਿਹੜਾ ਹੈਗਾ ਸੀ ਇਹਨੂੰ ਨਾ ਵੀ ਲਿਖਿਆ ਹੋਵੇ ਤਾਂ ਵੀ ਤੁਹਾਡਾ ਸੈਂਟੈਂਸ ਜਿਹੜਾ ਪਾਸ ਦਾ ਹੀ ਬਣੇਗਾ ਕਿ ਆਈ ਕੰਪਲੀਟਿਡ ਦਾ ਐਕਸਰਸਾਈਜ਼, ਮਤਲਬ ਮੈਂ ਆਪਣੀ ਐਕਸਰਸਾਈਜ਼ ਕੰਪਲੀਟ ਕੀਤੀ ਸੀ। ਉਹ 'ਚ ਕੱਲ੍ਹ ਦੀ ਗੱਲ ਨਹੀਂ ਆਏਗੀ ਹਾਂਜੀ ਬਸ। ਸੋ ਇਟ ਆਲ ਡਿਪੈਂਡਸ ਔਨ ਯੂ ਵੈਦਰ ਯੂ ਹੈਵ ਟੂ ਯੂ ਵਾਂਟ ਟੂ ਰਾਈਟ ਯੈਸਟਰਡੇ ਔਰ ਨੋਟ। ਇਹ ਤੁਹਾਡੇ 'ਤੇ ਡਿਪੈਂਡ ਕਰਦਾ। ਠੀਕ ਹੈ, ਉਸ ਤੋਂ ਬਾਅਦ ਬਸ ਨੈਕਸਟ ਕੋਈ ਹੋਰ ਸੈਂਟੈਂਸ ਲੈਂਦੇ ਹਾਂ। ਫੋਰ ਐਗਜ਼ਾਮਪਲ ਸਿਸਟਰ ਦੀ ਆਪਾਂ ਲੈ ਰਹੇ ਸੀ, ਮੇਰੀ ਸਿਸਟਰ ਨੇ ਕੱਲ੍ਹ ਕਾਰ ਚਲਾਈ ਸੀ। ਠੀਕ ਹੈ, ਆਪਾਂ ਸਿਸਟਰ ਦੀ ਪਹਿਲਾਂ ਐਗਜ਼ਾਮਪਲ ਲਿੱਤੀ ਸੀ ਜਦੋਂ ਪ੍ਰੈਜ਼ੈਂਟ ਦੀ ਗੱਲ ਕਰ ਰਹੇ ਸੀ, ਹੈ ਨਾ। ਅਤੇ ਹਾਂਜੀ ਇੱਥੇ ਆਇਆ ਸੀ ਮੇਰੇ ਸਿਸਟਰ ਨੇ ਕਾਰ ਚਲਾਈ ਸੀ। ਆਪਾਂ ਇਹ ਨਹੀਂ ਲਿਖਿਆ ਕੱਲ੍ਹ ਚਲਾਈ ਸੀ, ਪਰਸੋਂ ਚਲਾਈ ਸੀ, ਆਪਾਂ ਸਿੱਧਾ ਕਿਹਾ ਚਲਾਈ ਸੀ, ਮਤਲਬ ਇੱਕ ਮੂਵਮੈਂਟ 'ਤੇ ਚਲਾਈ ਸੀ। ਹਾਂਜੀ ਠੀਕ ਹੈ, ਸੋ ਇਹਦੀ ਐਗਜ਼ਾਮਪਲ ਆਏਗੀ ਮਾਈ ਸਿਸਟਰ ਕਾਰ ਚਲਾਉਣ ਨੂੰ ਡਰਾਈਵ ਕਰਨਾ, ਅਤੇ ਸੈਕਿੰਡ ਫਾਰਮ ਹੁੰਦੀ ਡਰਾਈਵ ਡਰਿਵਨ। ਠੀਕ ਹੈ, ਸੋ ਵੀ ਵਿਲ ਰਾਈਟ ਡਾਊਨ ਮਾਈ ਸਿਸਟਰ ਡਰੋਵ ਦਾ ਕਾਰ। ਯੈਸ ਸਰ। ਰਾਈਟ, ਇਸ ਤਰ੍ਹਾਂ। ਹਾਂਜੀ ਅਤੇ ਜੇ ਇਹਨੂੰ ਮੈਂ ਕੰਪੈਰੀਜ਼ਨ ਕਰਾਂ ਪ੍ਰੈਜੈਂਟ ਸਿੰਪਲ ਟੈਂਸ ਨਾਲ, ਜਿਹਦੇ 'ਚ ਆਪਾਂ ਗੱਲ ਕੀਤਾ ਸੀ, ਉਹਦੇ 'ਚ ਆਏਗਾ ਕਿ ਮੇਰੇ ਸਿਸਟਰ ਕਾਰ ਚਲਾਉਂਦੇ ਨੇ। ਉਹ ਤਾਂ ਰੋਜ਼ ਦਾ ਕੰਮ ਆ ਗਿਆ ਨਾ, ਚਲਾਉਂਦੇ ਨੇ, ਉਹਦਾ ਕੰਮ ਰੋਜ਼ ਦਾ ਆ ਗਿਆ। ਹਾਂਜੀ ਸੋ ਇੱਥੇ ਆ ਜਾਏਗਾ ਮਾਈ ਸਿਸਟਰ, ਪਰ ਉੱਥੇ ਸਾਨੂੰ ਡਰਾਈਵ ਕਰਨਾ ਪਏਗਾ, ਪਲੱਸ ਉਹਦੇ ਨਾਲ ਐਸ ਲਾਉਣਾ ਪਏਗਾ ਕਿਉਂਕਿ ਸਿਸਟਰ ਮਗਰ ਇੱਕ ਹੈਗੇ ਨੇ। ਠੀਕ ਹੈ, ਹਾਂਜੀ ਸੋ ਮਾਈ ਸਿਸਟਰਸ ਡਰਾਈਵ ਦਾ ਕਾਰ। ਸੋ ਬੇਸਿਕਲੀ ਕੀ ਹੈਗਾ ਵੈ, ਇਨ ਪ੍ਰੈਜੈਂਟ ਸਿੰਪਲ ਟੈਂਸ ਵੀ ਨੀਡ ਟੂ ਕੀਪ ਇਨ ਆਵਰ ਮਾਈਂਡ
ਉਹਦੇ 'ਚ ਸਬਜੈਕਟ 'ਚ ਹੋਵੇ ਤੇ ਉਹਦੇ ਨਾਲ ਹਿਸਾਬ ਨਾਲ ਸਾਨੂੰ ਦੇਖਣਾ ਪਏਗਾ ਕਿ ਸਿੰਗੂਲਰ ਹੈ ਕਿ ਪਲੂਰਲ ਹੈ, ਠੀਕ ਹੈ ਨਾ। ਉਹ ਸਾਨੂੰ ਥੋੜਾ ਨੋਟ 'ਚ ਹਾਂਜੀ ਰੱਖਣਾ ਪੈਂਦਾ ਤੇ ਉਸ ਅਕੋਰਡਿੰਗਲੀ ਅਸੀਂ ਲਗਾਉਂਦੇ ਹਾਂ ਵਰਬ ਨਾਲ ਐਸ ਔਰ ਈ ਐਸ, ਜਾਂ ਐਸ ਆਏਗਾ ਜਾਂ ਈ ਐਸ ਆਏਗਾ। ਬਟ ਪਾਸਟ ਵਿੱਚ ਐਸਾ ਕੋਈ ਰੂਲ ਨਹੀਂਗਾ। ਇਹਦੇ ਵਿੱਚ ਸਬਜੈਕਟ ਚਾਹੇ ਸਿੰਗੂਲਰ ਹੈ ਚਾਹੇ ਪਲੂਰਲ ਹੈ, ਉਹਦੇ ਨਾਲ ਸੈਕੰਡ ਫਾਰਮ ਹੀ ਆਣੀ ਹੈ, ਉਹਦੇ 'ਚ ਕੋਈ ਐਸਾ ਰੂਲ ਨਹੀਂਗਾ। ਠੀਕ ਹੈ ਸਰ। ਠੀਕ ਹੈ, ਇਹ ਲਿਖਣਾ ਹਾਂਜੀ whether it is singular or plural, we always use second verb. ਸੋ ਇਹ ਸਾਡੇ ਹੋ ਗਏ ਸੈਂਟੈਂਸਿਸ ਸਿੰਪਲ। ਸੋ ਮੈਂ ਤੁਹਾਨੂੰ ਇੱਕ ਗੱਲ ਕੀਤੀ ਸੀ ਕਿ ਸੈਂਟੈਂਸਿਸ ਜਿਹੜੇ ਚਾਰ ਤਰੀਕੇ ਤੋਂ ਹੁੰਦੇ ਉਹ ਵੀ ਯਾਦ ਰੱਖਣੇ ਆ। ਦੇਰ ਆਰ 4 ਟਾਈਪਸ ਆਫ ਸੈਂਟੈਂਸਿਸ। ਫਸਟ ਹੁੰਦਾ ਹੈ ਸਾਡਾ ਜਿਹਦੇ 'ਚ ਆਪਾਂ ਗੱਲ ਕਰਦੇ ਹਾਂ ਪੋਜ਼ਿਟਿਵ ਸੈਂਟੈਂਸਿਸ ਦੀ, ਜਿਹਦੇ 'ਚ ਆਪਾਂ ਪੋਜ਼ਿਟਿਵ ਗੱਲ ਕਰਦੇ ਹਾਂ, ਹਾਂਜੀ ਪੋਜ਼ਿਟਿਵ। ਦੈਨ ਆਉਂਦਾ ਸਾਡੇ ਕੋਲ ਨੈਗੇਟਿਵ ਸੈਂਟੈਂਸ, ਜਿਹਦੇ 'ਚ ਆਪਾਂ ਨੈਗੇਟਿਵ ਗੱਲ ਕਰਦੇ ਹਾਂ, NEGATIVE ਨੈਗੇਟਿਵ, ਜਿਹਦੇ 'ਚ ਆਪਾਂ ਨਾਵਾਚਕ ਦੀ ਗੱਲ ਕਰਦੇ ਹਾਂ। ਦੈਨ ਸਾਡੇ ਕੋਲ ਆਉਂਦਾ ਇੰਟੈਰੋਗੇਟਿਵ। ਇੰਟੈਰੋਗੇਟਿਵ 'ਚ ਕੀ ਆਉਂਦਾ ਸਾਡੇ ਕੋਲ, ਜਿਹਦੇ 'ਚ ਆਪਾਂ ਕੁਐਸਚਨ ਮਾਰਕਸ ਦੀ ਗੱਲ ਕਰਦੇ ਹਾਂ ਕਿ ਇਹ ਕੁਝ ਸਵਾਲ ਪੁੱਛਦੇ ਹਾਂ, ਠੀਕ ਹੈ। ਦੈਨ ਆਉਂਦਾ ਵੈ ਹਾਂਜੀ ਇੰਟੈਰੋਗੇਟਿਵ ਪਲੱਸ ਨੈਗੇਟਿਵ, ਜਿਹਦੇ 'ਚ ਆਪਾਂ ਸਵਾਲ ਪੁੱਛਦੇ ਹਾਂ ਉਹ ਵੀ ਨਾਵਾਚਕ ਵਾਲੇ, ਜਿਸ 'ਚ ਆਪਾਂ ਕਹਿੰਦੇ ਕੱਲ ਤੋਂ ਕੀਤਾ ਨਹੀਂ ਸੀ, ਜਦੋਂ ਆਪਾਂ ਨਹੀਂ ਵੀ ਲਾ ਦੇਣੇ ਨਾਲ, ਠੀਕ ਹੈ। ਇਹ ਦੇ ਨਾਲ ਹਾਂਜੀ ਇਹ ਯੈਸ ਮਤਲਬ ਇੰਟੈਰੋਗੇਟਿਵ ਹੋ ਗਿਆ ਕੁਐਸਚਨ ਪੋਜ਼ਿਟਿਵ, ਹੈ ਗਿਆ ਇੰਟੈਰੋਗੇਟਿਵ ਨੈਗੇਟਿਵ ਕੀ ਕੁਐਸਚਨ ਨੈਗੇਟਿਵ। ਸੋ ਇਹ ਹੁੰਦੇ ਚਾਰ ਤਰੀਕੇ ਦੇ ਸੈਂਟੈਂਸਿਸ। ਇਹ ਚਾਰੋਂ ਟਾਈਪਸ ਜਿਹੜੀਆਂ ਹੁੰਦੀਆਂ ਐਕਟਿਵ ਵੋਇਸ ਵੀ ਹੁੰਦੀ ਹੈ, ਤੇ ਚਾਰੋਂ ਟਾਈਪਸ ਪੈਸਿਵ ਵੋਇਸ ਵੀ ਹੁੰਦੀਆਂ, ਦੋਨਾਂ 'ਚ ਹੁੰਦੀਆਂ, ਠੀਕ ਹੈ। ਠੀਕ ਹੈ ਜੇ ਨੈਗੇਟਿਵ 'ਚ ਸੈਂਟੈਂਸ ਲਿਖਿਆ ਐਕਟਿਵ ਵੋਇਸ, ਉਹਦਾ ਪੈਸਿਵ ਬਣਾ ਦਿਓ। ਜੇ ਪੈਸਿਵ 'ਚ ਲਿਖਿਆ ਐਕਟਿਵ ਬਣਾ ਦਿਓ। ਜੋ ਵੀ ਚੀਜ਼ ਲਿਖੀ ਹੈ ਉਹਦੀ ਜਿਹੜੀ ਕੰਡੀਸ਼ਨ ਹੈਗੀ ਹੈ ਪੋਜ਼ਿਟਿਵ ਜਾਂ ਨੈਗੇਟਿਵ ਜਾਂ ਕੁਐਸਚਨ ਮਾਰਕ, ਉਹ ਨਹੀਂ ਚੇਂਜ ਹੋਏਗੀ। ਉਹਦੀ ਜਿਹੜੀ ਕੰਡੀਸ਼ਨ ਆ ਉਹਦੀ ਸਟੇਜ ਸੇਮ ਰਹੇਗੀ, ਉਹ ਨਹੀਂ ਚੇਂਜ ਹੋਣੀ, ਨੇਚਰ ਉਹਦਾ ਸੇਮ ਰਹੇਗਾ। ਓਕੇ ਸਰ। ਲੈਟ ਅਸ ਟੇਕ ਐਗਜ਼ਾਮਪਲ। ਪੋਜ਼ਿਟਿਵ ਸੈਂਟੈਂਸ ਤੁਹਾਡਾ ਇਹ ਲਿਖਿਆ ਸੀ ਮਾਈ ਸਿਸਟਰ ਨੇ ਕਾਰ ਚਲਾਈ ਸੀ, ਸੋ ਮਾਈ ਸਿਸਟਰ ਡਰੋਪ ਦਾ ਕਾਰ। ਇਹ ਤੁਹਾਡਾ ਆ ਗਿਆ ਪਾਸਟ ਦਾ ਗੱਲ ਜੋ ਤੁਸੀਂ ਪੋਜ਼ਿਟਿਵ ਕੀਤੀ ਸੀ। ਉਹ ਮੈਨੂੰ ਦੁਬਾਰਾ ਰੀਰਾਈਟ ਕਰ ਰਿਹਾ ਕਿ ਪੋਜ਼ਿਟਿਵ ਦੇ ਵਿੱਚ ਤੁਸੀਂ ਇਹ ਯੂਜ਼ ਕੀਤਾ POSITIVE, ਪੋਜ਼ਿਟਿਵ ਵਿੱਚ ਤੁਸੀਂ ਇਹ ਕੀਤਾ ਮਾਈ ਸਿਸਟਰ ਡਰੋਪ ਦਾ ਕਾਰ, ਠੀਕ ਹੈ। ਤੇ ਹਾਂਜੀ ਉਸ ਤੋਂ ਬਾਅਦ ਹੁਣ ਨੈਗੇਟਿਵ 'ਚ ਲੈ ਕੇ ਚੱਲੀਏ। ਜਦੋਂ ਨੈਗੇਟਿਵ ਆਉਣਾ ਤਾਂ ਉਹਦਾ ਰੂਲ ਹੁੰਦਾ ਕੁਛ। ਨੈਗੇਟਿਵ ਦਾ ਰੂਲ ਹੁੰਦਾ ਹੈ ਉਹ ਥੋੜ੍ਹਾ ਜਿਹਾ ਚੇਂਜ ਹੈ। ਅਸੀਂ ਨੈਗੇਟਿਵ ਪ੍ਰੈਜ਼ੈਂਟ 'ਚ ਕੀ ਕੀਤਾ ਸੀ, ਤੁਹਾਨੂੰ ਯਾਦ ਹੋਏਗਾ। ਪ੍ਰੈਜ਼ੈਂਟ 'ਚ ਅਸੀਂ ਰੂਲ ਕੀਤਾ ਸੀ ਕਿ ਅਸੀਂ ਡਜ਼ਨਟ ਲਗਾਉਂਦੇ ਸੀ, ਡਜ਼ਨਟ, ਹਾਂਜੀ ਤੇ ਠੀਕ ਹੈ, ਡੋਂਟ। ਤੇ ਡੋਂਟ ਲਗਾਉਂਦੇ ਸੀ। ਤੇ ਜਾਂ ਇਹਨੂੰ ਮੈਂ ਡੂ ਨੋਟ ਵੀ ਕਹਿ ਸਕਦਾ, ਤੇ ਤੁਸੀਂ ਪ੍ਰੋਪਰਲੀ ਕਹਿਣਾ ਇਹਨੂੰ ਡਜ਼ ਨੋਟ ਵੀ ਕਹਿ ਸਕਦਾ। ਸੋ ਇਹ ਹੈਗਾ ਸੀ ਸਾਡਾ ਰੂਲ। ਤੇ ਇਹਦੇ ਨਾਲ ਅਸੀਂ ਕੀ ਲਗਾਉਂਦੇ ਹੁੰਦੇ ਸੀ, ਫਸਟ ਵਰਬ, ਫਸਟ ਫਾਰਮ ਆਫ ਵਰਬ, ਹਾਂਜੀ ਠੀਕ ਹੈ। ਫਸਟ ਆਫ ਆਲ ਤੇ ਇਹਦੇ ਨਾਲ ਵੀ ਫਸਟ ਫਾਰਮ ਵਰਬ ਲਗਾਉਂਦੇ ਆਪਾਂ ਓਬਵੀਅਸਲੀ, ਠੀਕ ਹੈ। ਤੇ ਹੁਣ ਪਾਸਟ ਕੀ ਹੋਏਗਾ, ਹੁਣ ਪਾਸਟ ਦਾ ਰੂਲ ਲਿਖਣ ਲੱਗਾ। ਪਾਸਟ ਸਿੰਪਲ ਦਾ ਰੂਲ ਕੀ ਆਏਗਾ, ਇਹਦੇ 'ਚ ਰੂਲ ਲਿਖ ਲਓ ਪਾਸਟ ਸਿੰਪਲਸ ਰੂਲ। ਉਹਦਾ ਰੂਲ ਹੈਗਾ ਕਿ ਤੁਸੀਂ ਇਹਦੇ 'ਚ ਕੀ ਕਰਨਾ ਹੈ ਕਿ ਸਬਜੈਕਟ ਤੁਸੀਂ ਲਿਖਣਾ, ਪਲੱਸ ਉਹਦੇ ਨਾਲ ਤੁਸੀਂ ਹੁਣ ਇੱਥੇ ਲਗਾਉਣਾ ਪੈਣਾ ਤੁਹਾਨੂੰ ਡਿਡ ਨੋਟ ਜਾਂ ਡਿਡਨਟ ਜਾਂ ਡਿਡ ਨੋਟ। ਠੀਕ ਹੈ ਪਾਸਟ ਸਰ। ਵਿੱਚ ਡਿਡ ਲੱਗ ਜਾਂਦਾ। ਦੈਨ ਤੁਹਾਡੇ ਕੋਲ ਜਿਹੜਾ ਨੈਕਸਟ ਚੀਜ਼ ਹੈਗੀ ਆ ਉਹ ਤੁਹਾਡੀ ਫਸਟ ਵਰਬ ਹੀ ਰਹੇਗੀ। ਜੋ ਉੱਥੇ ਮੈਂ ਤੁਹਾਨੂੰ ਪਿੱਛੇ ਕਹਿ ਕੇ ਆਇਆ ਸੀ ਕਿ ਪਾਸਟ ਵਿੱਚ ਸੈਕਿੰਡ ਫਾਰਮ ਵਰਬ ਲੱਗਦੀ ਹੈ, ਠੀਕ ਹੈ। ਬਟ ਜਦੋਂ ਹਾਂਜੀ ਜਦੋਂ ਡਿਡ ਆ ਗਿਆ ਤੇ ਉਹਨੇ ਅੱਗੇ ਜਿਹੜੀ ਹੈਗੀ ਹੈ ਸੈਕਿੰਡ ਫਾਰਮ ਨਹੀਂ ਆਉਣ ਦੇਣੀ, ਕਿਉਂਕਿ ਡਿਡ ਆਪਣੇ ਆਪ ਹੀ ਸੈਕਿੰਡ ਫਾਰਮ ਬਣ ਗਿਆ, ਡੂ ਡਿਡ ਡਨ, ਠੀਕ ਹਾਂਜੀ ਹੈ। ਉਹ ਆਪਣੇ ਆਪ ਨੂੰ ਸੈਕਿੰਡ ਫਾਰਮ 'ਚ ਬਣਾ ਗਿਆ ਤੇ ਅਗਲੇ ਨੂੰ ਫਸਟ ਫਾਰਮ ਕਰ ਗਿਆ। ਸੋ ਇਹ ਯਾਦ ਰੱਖਣਾ, ਡਿਡ ਆਲਵੇਜ਼ ਕਮ ਵਿਦ ਦ ਫਸਟ ਫਾਰਮ। ਵੈਦਰ ਇਟਸ ਡਸ, ਵੈਦਰ ਇਟਸ ਡੂ ਔਰ ਇਟਸ ਡਿਡ, ਵੀ ਆਲਵੇਜ਼ ਯੂਜ਼ ਫਸਟ ਫਾਰਮ ਵਰਬ ਵਿਦ them। ਠੀਕ ਹੈ, ਇਹ ਨੈਗੇਟਿਵ ਪਾਸਟ ਹਾਂ ਦਾ ਰੂਲ ਹੈ। ਬਿਲਕੁਲ, ਨੈਗੇਟਿਵ ਪਾਸਟ 'ਚ ਜਾਂ ਆਪਾਂ ਉਹੀ ਲਗਾਉਣਾ ਹੈ ਫਸਟ ਫਾਰਮ ਵਰਬ। ਸੋ ਇਹਦੇ ਵਿੱਚ ਇਹਦੀ ਐਗਜ਼ਾਮਪਲ ਓਕੇ ਬਣ ਜਾਏਗੀ ਕਿ ਮੇਰੀ ਸਿਸਟਰ ਨੇ ਕਾਰ ਨਹੀਂ ਚਲਾਈ ਸੀ, ਸੋ ਮਾਈ ਸਿਸਟਰ ਇੱਥੇ ਆ ਜਾਏਗਾ ਡਿਡਨਟ, ਠੀਕ ਹੈ। ਸੋ ਮਾਈ ਸਿਸਟਰ ਡਿਡਨਟ ਡਰਾਈਵ ਆਏਗਾ, ਹੁਣ ਡਰੋਵ ਨਹੀਂ ਆਏਗਾ, ਡਰਾਈਵ ਦਾ ਕਾਰ, ਠੀਕ ਹੈ। ਮੇਰੇ ਸਿਸਟਰ ਨੇ ਠੀਕ ਹੈ ਸਰ। ਕਾਰ ਨਹੀਂ ਚਲਾਈ ਸੀ, ਤੇ ਉਹਦਾ ਰੂਲ ਹੈ ਤੁਹਾਡਾ ਇਹ ਆ ਗਿਆ, ਠੀਕ ਹੈ। ਲੈਟ ਅਸ ਟੇਕ ਮੋਰ ਐਗਜ਼ਾਮਪਲ। ਜਿਵੇਂ ਕਹਾਂਗਾ ਕਿ ਗਵਰਨਮੈਂਟ ਨੇ ਪੈਸਾ ਇਨਵੈਸਟ ਨਹੀਂ ਸੀ ਕੀਤਾ, ਸੋ ਗਵਰਨਮੈਂਟ ਡਿਡ ਨੋਟ ਜਾਂ ਡਿਡਨਟ ਇਨਵੈਸਟ ਦਾ ਮਨੀ, ਠੀਕ ਹੈ। ਹੈਲੋ ਹੈਲੋ ਰਿਜ਼ਿਊਮ ਕਰ ਰਿਹਾ ਵਾਂ। ਸੋ ਮੈਂ ਗੱਲ ਕਰ ਰਿਹਾ ਸੀ ਦ ਗਵਰਨਮੈਂਟ ਡਿਡ ਨੋਟ ਇਨਵੈਸਟ ਦਾ ਮਨੀ, ਕਿਉਂਕਿ ਮੈਂ ਇੱਥੇ ਗਵਰਨਮੈਂਟ ਦੇ ਨਾਲ ਆਪਾਂ ਫਿਰ ਕਿਹਾ ਕਿ ਨਹੀਂ ਕੀਤਾ ਉਹਨੇ ਪੈਸਾ ਇਨਵੈਸਟ, ਪਰ ਡਿਡ ਦੇ ਨਾਲ ਫਸਟ ਫਾਰਮ ਲਗਾ ਦਿੱਤੀ, ਠੀਕ ਹੈ। ਹਾਂਜੀ ਸਰ।
ਨਾਓ ਹੁਣ ਇਸ ਤੋਂ ਬਾਅਦ ਆਪਾਂ ਚਲਦੇ ਹਾਂ ਇੰਟੈਰੋਗੇਟਿਵ ਦੇ ਉੱਪਰ, ਕੁਐਸਚਨ ਮਾਰਕ ਵਾਲੇ। ਹਾਂਜੀ। ਇੰਟੈਰੋਗੇਟਿਵ 'ਚ ਕੀ ਬਣੇਗਾ, ਅਸੀਂ ਉਹਨੂੰ ਕਵਾਂਗੇ ਕਿ ਆਪਾਂ ਉੱਥੇ ਲਗਾ ਦਿੰਦੇ ਹਾਂ ਕਿ ਜਾਂ ਕੀ, ਆਪਾਂ ਕਹਿੰਦੇ ਹਾਂ ਕਿ ਮੇਰੇ ਸਿਸਟਰ ਨੇ ਕਾਰ ਚਲਾਈ ਸੀ। ਓਕੇ ਸਰ। ਠੀਕ ਹੈ, ਸੋ ਕੀ ਆ ਗਿਆ, ਸੋ ਇਹਦੇ ਵਿੱਚ ਕੀ ਆ ਜਾਏਗਾ, ਇਹਦੇ ਵਿੱਚ ਆ ਜਾਏਗਾ ਤੁਹਾਡਾ ਤੁਸੀਂ ਲਿਖੋਗੇ ਕੁਐਸਚਨ, ਜਿਵੇਂ ਸਟਾਰਟ ਕਰਨੇ ਆ ਆਪਾਂ ਡਿਡ ਤੋਂ ਹੀ ਕਰਾਂਗੇ। ਸੋ ਉਹਦੇ ਵਿੱਚ ਆਪਾਂ ਪਹਿਲਾਂ ਜੇ ਸਿੰਪਲ ਲਿਖੀਏ, ਪਹਿਲਾਂ ਆਪਾਂ ਕੀ ਕਰਦਾ ਹੁੰਨਾ, ਮੈਂ ਕੀ ਕਰਦਾ ਹੁੰਨਾ ਕਿ ਮੈਂ ਕੀ ਵਾਲੇ ਵਰਡ ਛੱਡ ਕੇ ਪਹਿਲਾਂ ਮੈਂ ਸਿੰਪਲ ਬਣਾਉਣਾ ਹੁੰਦਾ, ਉੱਥੇ ਲਿਖਦਾ ਹੁੰਦਾ ਕਿ ਮਾਈ ਸਿਸਟਰ ਡਰੋਵ ਦਾ ਕਾਰ, ਮੈਂ ਇਹ ਲਿਖਿਆ ਸੀ ਸਿੰਪਲ 'ਚ। ਠੀਕ ਹੈ, ਹੁਣ ਜੇ ਆਪਾਂ ਕੁਐਸਚਨ ਬਣਾਉਣਾ ਆਪਾਂ ਕੀ ਕਰਾਂਗੇ, ਅਸੀਂ ਦਾ ਰੂਲ ਕੀ ਹੁੰਦਾ ਹੈ ਕਿ ਡਿਡ ਲਗਾ ਦੇਣਾ ਪਹਿਲਾਂ। ਠੀਕ ਹੈ, ਬਾਕੀ ਤੁਹਾਡਾ ਹਾਂਜੀ। ਇਹ 'ਚ ਰੂਲ ਹੁੰਦਾ ਡਿਡ ਪਲੱਸ ਫਿਰ ਸਬਜੈਕਟ ਆ ਜਾਂਦਾ ਨਾਮ, ਫਿਰ ਉਸ ਤੋਂ ਬਾਅਦ ਫਿਰ ਫਸਟ ਵਰਬ ਆਏਗੀ। ਠੀਕ ਹੈ, ਕਿਉਂਕਿ ਉਹਦੇ ਵਿੱਚ ਆਪਾਂ ਹਾਂਜੀ। ਡਿਡ ਲੈ ਕੇ ਆਏ ਹਾਂ ਤੇ ਡਿਡ ਨੇ ਅੱਗੇ ਵਰਬ ਆਉਣ ਨਹੀਂ ਦੇਣੀ ਸੈਕਿੰਡ ਕਦੀ। ਠੀਕ ਹੈ, ਤੇ ਹਾਂਜੀ। ਆਬਜੈਕਟ ਲੈ ਕੇ ਤੇ ਕੁਐਸਚਨ ਲਿਖਦਾ, ਤੇ ਇਹ ਤੁਹਾਡਾ ਸਿੰਪਲ ਰੂਲ ਆ ਗਿਆ, ਮਤਲਬ ਡਿਡ ਨਾਲ ਆਪਾਂ ਕੁਐਸਚਨ ਬਣਾਉਣੇ ਪੈਣੇ ਸਾਨੂੰ। ਹਾਂਜੀ। ਸੋ ਇਹਦੇ 'ਚ ਰੂਲ ਚੱਲੇਗਾ ਇਸ ਤਰ੍ਹਾਂ, ਤੇ ਇਹਦੇ 'ਚ ਆਨਸਰ ਆਪਾਂ ਲਿਖਾਂਗੇ ਸੋ ਡਿਡ ਮਾਈ ਸਿਸਟਰ ਡਰਾਈਵ ਦਾ ਕਾਰ। ਸਿਸਟਰ। ਹਾਂਜੀ। ਠੀਕ ਹੈ, ਕੁਐਸਚਨ ਲਗਾਤਾ ਅੱਗੇ ਇਸ ਤਰ੍ਹਾਂ ਹੀ, ਡਿਡ ਦ ਗਵਰਨਮੈਂਟ ਇਨਵੈਸਟ ਦਾ ਮਨੀ, ਕਿ ਗਵਰਨਮੈਂਟ ਨੇ ਪੈਸਾ ਇਨਵੈਸਟ ਕੀਤਾ ਸੀ, ਇਸ ਤਰ੍ਹਾਂ। ਠੀਕ ਹੈ, ਜੇ ਮੈਂ ਡੂ ਡਜ਼ ਲਗਾ ਦਾਂ ਕਿ ਡਜ਼ ਗਵਰਨਮੈਂਟ ਇਨਵੈਸਟਮੈਂਟ, ਡਜ਼ ਮਤਲਬ ਕੀ ਕਰਦੀ ਹੈ, ਡਿਡ ਲਗਾ ਦਾਂ ਕਿ ਕੀਤਾ ਸੀ, ਇਹ ਫਰਕ ਹੁੰਦਾ। ਓਕੇ। ਠੀਕ ਹੈ, ਅੱਗੇ ਹੁਣ ਚੱਲੇ ਠੀਕ ਆਪਾਂ ਹੈ। ਕੁਐਸਚਨ ਮਾਰਕ ਦੇ ਨਾਲ ਨੈਗੇਟਿਵ ਜਿਹੜੇ ਆਉਂਦੇ ਆ, ਇਹਨੂੰ ਕਹਿ ਸਕਦੇ ਹਾਂ ਇੰਟੈਰੋਗੇਟਿਵ ਪਲੱਸ ਨੈਗੇਟਿਵ। ਠੀਕ ਹੈ, ਉਹਦਾ ਰੂਲ ਕੀ ਹੈ, ਬਸ ਜਿੱਥੇ ਡਿਡ ਲੱਗਾ ਸੀ ਡਿਡ ਨੋਟ ਕਰ ਦਿਓ, ਡਿਡਨਟ ਕਰ ਦਿਓ, ਸੌਰੀ ਡਿਡਨਟ ਮਾਈ ਸਿਸਟਰ ਡਰਾਈਵ ਦਾ ਕਾਰ। ਠੀਕ ਹੈ, ਬਣ ਗਿਆ। ਓਕੇ, ਮਤਲਬ ਕਿ ਡਿਡ ਦੇ ਨਾਲ ਨੋਟ ਲਾ, ਓਕੇ ਠੀਕ ਹੈ। ਡਿਡਨਟ ਕਰ ਦਿਓ, ਜੇ ਹਾਂਜੀ। ਜੇ ਤੁਸੀਂ ਡਿਡਨਟ ਕਰੋਗੇ ਤੇ ਇੰਝ ਆ ਜਾਏਗਾ, ਜੇ ਤੁਸੀਂ ਡਿਡ ਨੋਟ ਕਰਨਾ ਫਿਰ ਤੁਹਾਨੂੰ ਕੀ ਕਰਨਾ ਪਏਗਾ, ਡਿਡ ਮਾਈ ਸਿਸਟਰ ਨੋਟ ਬਾਅਦ 'ਚ ਲਿਖਣਾ ਪਏਗਾ, ਵਰਬ ਉਹ ਤੋਂ ਸਬਜੈਕਟ ਤੋਂ ਬਾਅਦ, ਡਿਡ ਮਾਈ ਸਿਸਟਰ ਨੋਟ ਡਰਾਈਵ ਦਾ ਕਾਰ, ਇੰਝ ਲਿਖਣਾ ਪਏਗਾ। ਠੀਕ ਹੈ ਸਰ। ਠੀਕ ਹੈ, ਸੋ ਕੀ ਹੁੰਦਾ ਹੈ ਜੇ ਤੁਸੀਂ ਡਿਡਨਟ ਕਰਦੇ ਤਾਂ ਥੋੜਾ ਈਜ਼ੀ ਬਣ ਜਾਂਦਾ। ਡਿਡ ਨੋਟ ਦੇ ਵਿੱਚ ਤੁਹਾਨੂੰ ਯਾਦ ਰੱਖਣਾ ਪੈਣਾ ਕਿ ਆਈ ਵਿਲ ਯੂਜ਼ ਨੋਟ ਆਫਟਰ ਦਾ ਸਬਜੈਕਟ, ਸਬਜੈਕਟ ਤੋਂ ਬਾਅਦ ਯੂਜ਼ ਕਰਾਂਗੇ ਆਪਾਂ ਇੱਥੇ। ਠੀਕ ਹੈ ਸਰ। ਠੀਕ ਹੈ, ਸੋ ਬਸ ਇਹ ਥੋੜਾ ਬੇਸਿਕ ਫਰਕ ਹੈਗਾ। ਇਸੇ ਤਰੀਕੇ ਨਾਲ ਹੀ ਨੈਕਸਟ ਐਗਜ਼ਾਮਪਲ, ਡਿਡਨਟ ਹੀ ਵੈਂਟ ਟੂ ਦਾ ਮਾਰਕੀਟ, ਕਿ ਉਹ ਮਾਰਕੀਟ ਕੱਲ ਨਹੀਂ ਗਿਆ ਸੀ। ਠੀਕ ਹੈ, ਇਹ ਆ ਗਿਆ ਕਿ ਡਿਡ ਹੀ ਨੋਟ ਵੈਂਟ ਟੂ ਦਾ ਮਾਰਕੀਟ, ਫਿਰ ਤੁਹਾਨੂੰ ਡਿਡ ਹੀ ਨੋਟ ਕਰਨਾ ਪਏਗਾ। ਸੌਰੀ ਮੈਂ ਗਲਤ ਕਰ ਗਿਆ, ਤੇ ਮੈਂ ਵੈਂਟ ਲਾਤਾ ਅਤੇ ਗੋ ਆਏਗਾ, ਕਿਉਂਕਿ ਵੈਂਟ ਸੈਕਿੰਡ ਫਾਰਮ ਹੁੰਦੀ ਹੈ, ਗੋ ਫਸਟ ਫਾਰਮ ਹੋਏਗੀ ਨਾ, ਫਸਟ ਫਾਰਮ ਲਾਣੀ ਪੈਣੀ ਹੁਣ ਡਿਡ ਨਾਲ। ਸੋ ਇੱਥੇ ਆਏਗਾ ਹਾਂਜੀ। ਡਿਡਨ ਹੀ ਗੋ ਟੂ ਦਾ ਮਾਰਕੀਟ, ਸੋ ਸਾਨੂੰ ਉੱਥੇ ਸਾਨੂੰ ਗੋ ਲਾਣਾ ਪਏਗਾ, ਵੈਂਟ ਨਹੀਂ ਆਏਗਾ। ਵੈਂਟ ਆਏਗਾ ਸਿਰਫ ਜਦੋਂ ਆਪਾਂ ਡਿਡ ਨਹੀਂ ਲਗਾਇਆ ਹੋਏਗਾ, ਆਪਾਂ ਕਵਾਂਗੇ ਕਿ ਉਹ ਮਾਰਕੀਟ ਕੱਲ ਨਹੀਂ ਗਿਆ ਸੀ। ਹਾਂ, ਠੀਕ ਹੈ ਜੀ। ਮੀਨਸ ਕਿ ਸਰ ਇਹਦੇ 'ਚ ਇਹ ਆ ਕਿ ਆਪਾਂ ਅਗਰ ਨੋਰਮਲ ਪਾਸਟ ਟੈਂਸ ਬਣਾਉਣਾ ਤੇ ਫਿਰ ਆਪਾਂ ਨੂੰ ਥਰਡ ਸੈਕਿੰਡ ਫਾਰਮ ਸੈਕਿੰਡ ਫਾਰਮ ਲਾਉਣੀ ਪਊਗੀ ਵਰਬ ਦੀ। ਠੀਕ ਆ, ਯੈਸ। ਅਗਰ ਆਪਾਂ ਜਿੱਦਾਂ ਡਿਡ ਨਾਲ ਲਾਵਾਂਗੇ ਜਾਂ ਡਿਡ ਨੋਟ ਲਾਵਾਂਗੇ, ਫਿਰ ਆਪਾਂ ਨੂੰ ਉੱਦਾਂ ਨੋਰਮਲ ਜਿੱਦਣ ਆਪਾਂ ਸੈਂਟੈਂਸ ਬਣਾਉਂਦੇ ਹਾਂ ਵਰਬ ਦੀ ਫਸਟ ਫਾਰਮ ਨਾਲ ਹੀ ਆਪਾਂ ਹਾਂ ਸੈਂਟੈਂਸ ਬਣਾਵਾਂਗੇ। ਹਾਂ, ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਪਲੱਸ ਉਹਦੇ 'ਚ ਐਡ ਕਰਨਾ ਚਾਹਾਂਗਾ ਕਿ ਜਦੋਂ ਆਪਾਂ ਡਿਡ ਲਗਾ ਰਹੇ ਹਾਂ ਫਸਟ ਫਾਰਮ ਹੀ ਲਗਾਣੀ ਹੈ, ਬਸ ਉਹਦੇ ਹਾਂ ਵਰਬ ਨਾਲ ਕਦੀ ਐਸੀ ਐਸ ਨਹੀਂ ਲਗਾਣਾ, ਫਸਟ ਵਰਬ ਉਂਝ ਦੀ ਉਂਝ ਹੀ ਲਿਖੀ ਜਾਣੀ ਬਸ। ਹਾਂ ਬਸ ਹਾਂਜੀ ਠੀਕ ਹਾਂਜੀ ਹੈ ਸਰ। ਠੀਕ ਹੈ ਜੀ, ਇਹ ਸਾਰਾ ਕਲੀਅਰ ਹੋ ਗਿਆ। ਹੁਣ ਨਾਓ ਇਹਦਾ ਮੈਂ ਪੈਸਿਵ ਵੋਇਸ ਕਰਾਉਣ ਲੱਗਾ ਕਿ ਹੁਣ ਜੇ ਪੈਸਿਵ ਸੈਂਟੈਂਸ ਆ ਜਾਣ, ਪੈਸਿਵ ਸੈਂਟੈਂਸ ਦਾ ਕੀ ਹੈਗਾ ਸੀ ਨਿਸ਼ਾਨੀ, ਤੁਹਾਨੂੰ ਮੈਂ ਆਈਡੈਂਟੀਫਿਕੇਸ਼ਨ ਦੱਸੀ ਸੀ। ਪਹਿਲੀ ਆਈਡੈਂਟੀਫਿਕੇਸ਼ਨ ਹੈਗੀ ਸੀ ਕਿ ਉਹਦੇ ਦੁਆ 'ਚ ਦੁਬਾਰਾ, ਹਾਂ ਬਿਲਕੁਲ ਠੀਕ ਹੈ, ਦੁਬਾਰਾ ਵਾਲੀ ਚੀਜ਼ ਹੁੰਦੀ ਹੈ ਹਾਂਜੀ। ਪੰਜਾਬੀ ਦੇ ਵਿੱਚ, ਔਰ ਤੇ ਸਬਜੈਕਟ ਮਿਸਿੰਗ ਹੁੰਦਾ। ਔਰ ਸੈਕਿੰਡ, ਹਾਂਜੀ ਸਬਜੈਕਟ ਮਿਸਿੰਗ ਹੁੰਦਾ, ਕੰਮ ਕਰਨ ਵਾਲਾ। ਸੋ ਇਹ ਦੋ ਚੀਜ਼ਾਂ ਹੁੰਦੀਆਂ ਪੰਜਾਬੀ ਦੇ ਸੈਂਟੈਂਸ। ਹਾਂ, ਜੇ ਤੁਸੀਂ ਇੰਗਲਿਸ਼ ਦੀ ਪਛਾਣ ਕਰਨੀ ਹੈ ਕਿ ਇੰਗਲਿਸ਼ ਪੈਸਿਵ ਹੈਗਾ ਨਹੀਂ ਹੈਗਾ ਸੈਂਟੈਂਸ ਜਿਹੜਾ, ਉਹਦੇ 'ਚ ਆਏਗਾ ਕਿ ਹੈਲਪਿੰਗ ਵਰਬ ਦੇ ਨਾਲ ਥਰਡ ਫਾਰਮ ਲੱਗੀ ਹੋਏਗੀ। ਠੀਕ ਹੈ, ਹਾਂਜੀ। ਇਹ ਮੈਂ ਤੁਹਾਨੂੰ ਲਿਖਣ ਲੱਗਾ ਰੈਕੋਗਨੀਸ਼ਨ, ਰੈਕੋਗਨੀਸ਼ਨ ਇਨ ਪੰਜਾਬੀ, ਪੰਜਾਬੀ 'ਚ ਸੈਂਟੈਂਸ ਪੰਜਾਬੀ ਦੀ ਟੋਨ ਇੰਝ ਬਣੇਗੀ। ਅਤੇ ਜੇ ਆਪਾਂ ਰੈਕੋਗਨਾਈਜ਼ ਕਰਨਾ ਉਹਨੂੰ ਇੰਗਲਿਸ਼ ਦੇ ਵਿੱਚ, ਕਿ ਸੈਂਟੈਂਸ ਜਿਹੜਾ ਲਿਖਿਆ ਇੰਗਲਿਸ਼ ਦੇ ਵਿੱਚ ਕਿ ਉਹ ਪੈਸਿਵ ਹੈ ਕਿ ਐਕਟਿਵ ਹੈ। ਸੋ ਵੀ ਵਿਲ ਫਾਈਂਡ ਆਊਟ ਕਿ ਉਹਦੇ ਵਿੱਚ ਜਿਹੜਾ ਪਹਿਲੀ ਚੀਜ਼ ਇਹੀ ਆਈ ਹੈ ਕਿ ਉਹਦੇ 'ਚ ਵਾਜ਼ ਲਗਾ ਕੇ, ਸੌਰੀ ਵਾਜ਼ ਕਿਹਾ ਗਿਆ ਇੱਥੇ, ਹੈਲਪਿੰਗ ਵਰਬ ਲਗਾ ਕੇ ਉਹਦੇ ਨਾਲ ਕੀ ਲੱਗਾ ਹੋਏਗਾ, ਥਰਡ ਵਰਬ ਲੱਗੀ ਹੋਏਗੀ। ਜੇ ਆਹ ਚੀਜ਼ ਬਣੀ ਹੈ ਥਰਡ ਵਰਬ ਲੱਗੀ ਹੈ, ਦੈਟ ਮੀਨਸ ਸਿੰਪਲੀ ਮੀਨ ਆ ਕਿ ਪੈਸਿਵ ਵੀ ਲਿਖਿਆ ਹੈ। ਅਦਰਵਾਈਜ਼ ਸੈਕਿੰਡ ਮੇਕ ਆਪਸ਼ਨ ਹੁੰਦੀ ਹੈ ਕਿ ਉਹਦੇ 'ਚ ਕੀ ਲੱਗਾ ਹੁੰਦਾ, ਬਾਏ। ਠੀਕ ਹੈ, ਹਾਂਜੀ। ਬਾਏ ਸਬਜੈਕਟ ਲੱਗਾ ਹੁੰਦਾ ਉਹਦੇ 'ਚ। ਸੋ ਜੇ ਬਾਏ ਨਾ ਵੀ ਲੱਗਾ ਹੋਵੇ, ਇਹ ਵੇਖੋ ਉੱਪਰ ਵੀ ਬਾਏ ਲੱਗ ਸਕਦਾ, ਜੇ ਬਾਏ ਨਾ ਵੀ ਲੱਗਾ ਹੋਵੇ, ਬਟ ਅਸੀਂ ਇਹੀ ਦੇਖਣਾ ਕਿ ਹੈਲਪਿੰਗ ਵਰਬ ਦੇ ਨਾਲ ਥਰਡ ਫਾਰਮ ਲੱਗੀ ਹੋਈ ਕਿ ਨਹੀਂ ਲੱਗੀ, ਸਭ ਤੋਂ ਵੱਡੀ ਨਿਸ਼ਾਨੀ ਉਹੀ ਹੈਗੀ। ਉਸ
ਤੋਂ ਬਿਨਾ ਨਹੀਂ ਆ ਸਕਦੀ ਇਹ ਚੀਜ਼ ਠੀਕ ਹੈ ਪੈਸਿਵ ਦੇ ਵਿੱਚ। ਓਕੇ ਸਰ। ਨਾਓ ਇਹਦੇ ਹੁਣ ਪੈਸਿਵ ਬਣਾਈਏ ਅਸੀਂ। ਫਸਟ ਜਿਹੜਾ ਸੈਂਟੈਂਸ ਹੈਗਾ ਸੀ ਮੈਂ ਤੁਹਾਨੂੰ ਪੋਜ਼ਿਟਿਵ ਵਿੱਚ ਬਣਾ ਕੇ ਦਿੱਤਾ। ਪੋਜ਼ਿਟਿਵ ਸੈਂਟੈਂਸ ਬਣਾਇਆ ਸੀ ਕਿ ਮਾਈ ਸਿਸਟਰ ਡਰੋਵ ਦਾ ਕਾਰ। ਸੋ ਇਹਦੇ ਵਿੱਚ ਕੀ ਹੈ, ਸਾਨੂੰ ਪਹਿਲਾਂ ਨਾ ਪੈਸਿਵ ਵੌਇਸ ਦਾ ਸਾਨੂੰ ਰੂਲ ਪਤਾ ਹੋਣਾ ਚਾਹੀਦਾ ਹੈ ਕਿ ਰੂਲ ਨਾ ਕੀ ਗਾ ਸੀ, ਉਹੀ ਰੂਲ ਚੱਲੇਗਾ ਜੋ ਅਸੀਂ ਮਗਰ ਕਰਕੇ ਆਏ ਸੀ ਪ੍ਰੈਜ਼ੈਂਟ ਟੈਂਸ ਦੇ ਵਿੱਚ। ਆਪਾਂ ਐਕਟਿਵ ਤੇ ਪੈਸਿਵ ਦੋਵਾਂ ਦੇ ਇੱਥੇ ਮੈਂਸ਼ਨ ਕਰ ਦਈਏ ਸੋ ਦੈਟ ਕਿ ਦੋਵਾਂ 'ਚ ਕਨਫਿਊਜ਼ਨ ਨਾ ਆਵੇ। ਐਕਟਿਵ ਵੌਇਸ ਦਾ ਆਪਾਂ ਹੁਣੇ ਕਰਕੇ ਆਏ ਸੀ ਕਿ ਤੁਸੀਂ ਕੀ ਲਗਾਉਣਾ SVO, ਮਤਲਬ ਸਬਜੈਕਟ ਵਰਬ ਤੇ ਆਬਜੈਕਟ। ਠੀਕ ਹੈ, ਇਹਦੇ ਵਿੱਚ ਕੀ ਚੱਲਦਾ, HO ਆ ਜਾਂਦਾ ਪਹਿਲਾਂ, ਆਬਜੈਕਟ ਆ ਜਾਂਦਾ ਆਬਜੈਕਟ, ਤੇ ਹੈਲਪਿੰਗ ਵਰਬ ਆ ਜਾਂਦਾ, ਹੈਲਪਿੰਗ ਵਰਬ, ਥਰਡ ਵਰਬ ਵਰਬ, ਹਾਂਜੀ, ਤੇ ਪਲੱਸ ਬਾਈ ਬਾਈ ਸਬਜੈਕਟ। ਬਾਈ ਸਬਜੈਕਟ। ਠੀਕ ਹੈ, ਤੇ ਉਹ ਇਹੀ ਚੀਜ਼ ਉੱਥੇ ਚੱਲਣੀ ਆ। ਇੱਥੇ ਬਸ ਇੱਕ ਚੀਜ਼ ਦਾ ਖਿਆਲ ਰੱਖਣਾ, ਜੇ ਪਾਸ ਦੀ ਗੱਲ ਹੋ ਰਹੀ ਆ, ਜੇ ਪੁਰਾਣੀ ਗੱਲ ਹੈ ਤੇ ਹੈਲਪਿੰਗ ਵਰਬ ਸਾਨੂੰ ਜਿਹੜਾ ਹੈਗਾ ਸੀ ਉਹ ਥੋੜ੍ਹੇ ਚੇਂਜ ਕਰਨੇ ਪੈਣਗੇ। ਜਿੱਥੇ ਮੈਂ ਲਗਾਇਆ ਸੀ ਮਗਰ ਇਜ਼ ਲਗਾਉਣਾ ਹੁੰਦਾ ਸੀ ਇੱਕ ਜਗ੍ਹਾ 'ਤੇ, ਠੀਕ ਹੈ, ਇੱਥੇ ਸਾਨੂੰ ਉਹਦੀ ਜਗ੍ਹਾ ਵਾਜ਼ ਲਾਉਣਾ ਪਏਗਾ। ਅਤੇ ਜਿੱਥੇ ਆਪਾਂ ਆਰ ਲਗਾਉਂਦੇ ਸੀ ਤੇ ਆਰ ਜਗ੍ਹਾ ਵਰ ਲਗਾ ਦਿਓ। ਠੀਕ ਹੈ, ਇਹ ਰੂਲ ਹੈਗਾ। ਠੀਕ ਹੈ ਅਤੇ ਜਿੱਥੇ ਐਮ ਲਗਾਉਂਦੇ ਹਾਂ ਤਾਂ ਐਮ ਦੀ ਜਗ੍ਹਾ ਵੀ ਆਵਾਜ਼ ਆ ਜਾਏਗਾ। ਸੋ ਠੀਕ ਹੈ, ਬਸ ਇਹ ਫ਼ਰਕ ਹੈਗਾ ਇਨ ਪਾਸਟ ਐਂਡ ਪ੍ਰੈਜੈਂਟ ਸਿੰਪਲ ਡੈਫੀਨਿਟ ਪੈਸਿਵ ਵੌਇਸ, ਸਿਰਫ ਇਹੀ ਫ਼ਰਕ ਹੈਗਾ। ਠੀਕ। ਬਾਕੀ ਸਾਰਾ ਸਟਰਕਚਰ ਸੇਮ ਚੱਲੇਗਾ। ਅਤੇ ਇੱਕ ਬਾਕੀ ਦੇਖੀਏ ਕੀ ਵੀ ਕਰਨਾ ਸੈਕਿੰਡ। ਸੈਂਟੈਂਸ ਕਰਨ ਲੱਗੇ ਹੁਣ ਪੋਜ਼ਿਟਿਵ ਸੈਂਟੈਂਸ। ਪੋਜ਼ਿਟਿਵ ਸੈਂਟੈਂਸ ਆ ਗਿਆ। ਸੋ ਮਾਈ ਸਿਸਟਰ ਡਰੋਪ ਦਾ ਕਾਰ। ਸੋ ਆਈ ਵਿਲ ਰਾਈਟ ਇਹਦਾ ਪੈਸਿਵ ਵੌਇਸ ਬਣਾਉਣਾ ਪਏਗਾ। ਇਹਦੇ ਵਿੱਚ ਦੇਖਣਾ ਪਏਗਾ ਕਿ ਸਾਨੂੰ ਮਾਈ ਸਿਸਟਰ ਦੀ ਗੱਲ ਹੋਈ। ਮਾਈ ਸਿਸਟਰ ਸਬਜੈਕਟ ਹੈਗਾ ਇਹਦੇ 'ਚ ਨਾ, ਮਾਈ ਸਿਸਟਰ ਸਬਜੈਕਟ ਹੈ। ਹਾਂ, ਉਸ ਤੋਂ ਬਾਅਦ ਜਿਹੜਾ ਵਰਬ ਹੈਗਾ ਸੀ ਉਹ ਡਰੋਪ ਲਿਖਿਆ ਹੋਇਆ ਨਾਲ ਡਰੌਪ, ਸਾਈਡ, ਅਤੇ ਆਬਜੈਕਟ ਹੈਗਾ ਦਾ ਕਾਰ। ਕਾਰ, ਦਾ ਕਾਰ। ਠੀਕ ਹੈ, ਇਸ ਤਰੀਕੇ ਨਾਲ ਆਪਾਂ ਰੂਲ ਲਗਾਈਏ ਪੈਸਿਵ ਦਾ। ਨਾਓ ਪੈਸਿਵ ਦੀ ਟਰਨ ਆ ਗਈ। ਪੈਸਿਵ ਦੇ ਵਿੱਚ ਕੀ ਕਰਾਂਗੇ, ਦਾ ਕਾਰ, ਕਿਉਂਕਿ ਆਬਜੈਕਟ ਪਹਿਲਾਂ ਆ ਗਿਆ। ਠੀਕ ਹੈ, ਤੇ ਕਾਰ ਇੱਕ ਹੈਗੀ ਤੇ ਆਪਾਂ ਆਵਾਜ਼ ਲਗਾਵਾਂਗੇ ਹੈਲਪਿੰਗ ਵਰਬ। ਅੱਛਾ। ਠੀਕ ਹੈ, ਡਰਾਈਵ ਡਰੋਪ ਡਰਿਵਨ, ਡਰਿਵਨ ਹੁੰਦੀ ਥਰਡ ਫੋਰਮ। ਠੀਕ ਹੈ, ਦ ਕਾਰ ਵਾਜ਼ ਡਰਿਵਨ ਬਾਏ ਮਾਈ ਸਿਸਟਰ, ਸੇਮ ਰੂਲ। ਠੀਕ ਹੈ, ਹਾਂਜੀ। ਪੈਸਿਵ ਆ ਗਿਆ। ਠੀਕ ਹੈ, ਇੱਥੇ ਮੈਂ ਲਿਖਣ ਲੱਗਾ ਅਦਰ ਸੈਂਪਲਸ, ਕੁਛ ਹੋਰ ਸੈਂਪਲਸ ਲਿਖਣ ਲੱਗਾ ਤੁਹਾਨੂੰ ਕਿ ਇਸ ਤੋਂ ਇਲਾਵਾ ਸੈਂਟੈਂਸਿਸ ਕੁਛ ਹੋਰ ਲਈਏ। ਉਹਦੇ ਵਿੱਚ ਆ ਜਾਏਗਾ ਕਿ ਮੈਂ ਇੱਥੇ ਕਹਿ ਸਕਦਾ ਕਿ ਕੱਲ੍ਹ ਸਟੂਡੈਂਟਸ ਨੇ ਆਪਣਾ ਕੰਮ ਕੰਪਲੀਟ ਨਹੀਂ ਸੀ ਕੀਤਾ। ਸੋ ਸਟੂਡੈਂਟਸ ਦੁਆਰਾ ਕੰਮ ਕੰਪਲੀਟ ਨਹੀਂ ਸੀ ਕੀਤਾ ਗਿਆ। ਮੈਂ ਤੁਹਾਨੂੰ ਉੱਥੇ ਪੰਜਾਬੀ 'ਚ ਲਿਖ ਕੇ ਦੇਣਾ। ਇੱਕ ਸੈਂਟੈਂਸ ਉਹਨੇ ਕਿਹਾ ਕਿ ਸਟੂਡੈਂਟਸ ਨੇ ਕੰਮ ਕੰਪਲੀਟ ਕੀਤਾ ਸੀ। ਮੈਂ ਕਿਉਂਕਿ ਪੋਜ਼ੀਟਿਵ ਲੈ ਰਿਹਾ, ਕੀਤਾ ਸੀ। ਹਾਂ, ਅਤੇ ਇੱਥੇ ਤੁਸੀਂ ਦੂਜਾ ਸੈਂਟੈਂਸ ਜੇ ਪੈਸਿਵ 'ਚ ਲਿਖਿਆ ਹੋਏਗਾ ਅਤੇ ਉਹ 'ਚ ਲਿਖਿਆ ਹੋਏਗਾ ਕਿ ਕੰਮ ਨੂੰ ਸਟੂਡੈਂਟਸ ਦੁਆਰਾ ਕੰਪਲੀਟ ਨਹੀਂ, ਕੀਤਾ ਗਿਆ ਸੀ, ਕਿਉਂਕਿ ਆਪਾਂ ਸੋਰੀ ਪੋਜ਼ੀਟਿਵ ਲੈ ਕੇ ਜਾਣਾ ਨਾ, ਕੀਤਾ ਗਿਆ ਸੀ। ਠੀਕ ਹੈ ਸਰ। ਇਹਦੇ 'ਚ ਬਸ ਲੱਗ ਜਾਂਦਾ ਹੈ ਜਿੱਥੇ ਉਹ ਕਹਿੰਦੇ ਨਾ ਕਰਦਾ ਸੀ, ਅਤੇ ਐਂ ਨਾ ਗਿਆ ਸੀ, ਕੀਤਾ ਗਿਆ ਸੀ, ਇੰਝ ਹੋ ਜਾਂਦਾ। ਠੀਕ ਹੈ, ਹਾਂ, ਅਤੇ ਜਾਂ ਤਾਂ ਸਾਡਾ ਇੰਝ ਆ ਸਕਦਾ ਸੀ ਕੰਮ ਨੂੰ ਕੰਪਲੀਟ ਕੀਤਾ ਗਿਆ ਸੀ। ਠੀਕ ਹੈ, ਹਾਂਜੀ। ਕਈ ਵਾਰ ਲੋਕ ਲਾਈਨ ਨੂੰ ਇੰਝ ਵੀ ਲਿਖ ਸਕਦੇ ਆ ਕਿ ਸਟੂਡੈਂਟਸ ਦੁਆਰਾ ਕੰਮ ਨੂੰ ਕੰਪਲੀਟ ਕੀਤਾ ਗਿਆ ਸੀ। ਠੀਕ ਹੈ, ਮਤਲਬ ਕੀ ਹੋ ਗਿਆ ਕਿ ਲਾਈਨ ਦਾ ਮਤਲਬ ਤਾਂ ਸੇਮ ਹੀ, ਦੁਬਾਰਾ ਤਾਂ ਲੱਗਾ ਹੋਇਆ ਨਾ, ਬਸ ਉਹ ਤੁਸੀਂ ਦੁਬਾਰਾ ਭਾਵੇਂ ਵਿਚਕਾਰ ਲਗਾਇਆ ਵਾ ਕਿ ਭਾਵੇਂ ਤੁਸੀਂ ਸਟਾਰਟਿੰਗ 'ਤੇ ਲਗਾਇਆ ਵਾ, ਤਾਂ ਡਜ਼ਨਟ ਮੈਟਰ, ਕਿਉਂਕਿ ਹਾਂਜੀ। ਕੰਮ ਵਿੱਚ ਉਹਦੇ 'ਚ ਦੁਬਾਰਾ ਲੱਗਾ ਹੋਣਾ ਚਾਹੀਦਾ ਬਸ ਕਿਤੇ ਨਾ ਕਿਤੇ, ਅਤੇ ਮਤਲਬ ਪੈਸਿਵ ਦੀ ਉਹਦੀ ਨਿਸ਼ਾਨੀ ਹੈਗੀ। ਯੈਸ ਸਰ। ਠੀਕ ਹੈ, ਸੋ ਆਪਾਂ ਇਹਨਾਂ ਦੇ ਬਣਾਈਏ ABCD। ਸੋ ਸਟੂਡੈਂਟਸ ਨੇ ਕੰਮ ਕੰਪਲੀਟ ਕੀਤਾ ਸੀ। ਸੋ ਸਟੂਡੈਂਟਸ ਕਿਉਂਕਿ ਐਕਟਿਵ ਵੌਇਸ ਹੈਗਾ, ਚਾਹੇ ਕੰਮ ਕਰਨ ਵਾਲਾ ਇੱਧਰ ਬੈਠਾ ਹੋਇਆ ਅਤੇ ਸਿੰਪਲ ਕੰਮ ਹਾਂਜੀ। ਕਰਦਾ ਪਿਆ। ਸਟੂਡੈਂਟਸ ਕੰਪਲੀਟ। ਕੰਪਲੀਟਿਡ ਦਾ ਵਰਕ, ਸਿੰਪਲ। ਠੀਕ ਹੈ, ਅਤੇ ਜੇ ਹਾਂਜੀ। ਆਪਾਂ ਹੁਣ ਸੈਕਿੰਡ ਦਾ ਬਣਾਈਏ, ਇੱਥੇ ਆ ਜਾਏਗਾ ਦ ਵਰਕ ਵਾਸ ਕੰਪਲੀਟਿਡ ਬਾਏ ਦ ਸਟੂਡੈਂਟਸ। ਸਟੂਡੈਂਟਸ। ਠੀਕ ਹੈ, ਅਦਰਵਾਈਜ਼ ਹਾਂ, ਦ ਵਰਕ ਵਾਸ ਕੰਪਲੀਟਿਡ, ਖਤਮ। ਹਾਂਜੀ। ਬਾਏ ਨਹੀਂ ਲਿਖੋਗੇ ਤਾਂ ਤੁਹਾਡੀ ਇੱਛਾ ਹੈਗੀ। ਠੀਕ ਹੈ, ਸੋ ਇਹਦੇ ਵਿੱਚ ਕੀ ਆਏਗਾ ਕਿ ਇਹ ਐਕਟਿਵ ਹੋ ਗਿਆ, ਬਾਕੀ ਤੁਹਾਡੇ ਪੈਸਿਵ ਹੋ ਗਏ ਤੁਹਾਡੇ ਦੋਵੇਂ। ਹਾਂਜੀ ਸਰ, ਜਿਹੜਾ ਲਾਸਟ ਵਾਲਾ ਦਾ ਵਰਕ ਵਾਸ ਕੰਪਲੀਟਡ, ਇਹਦੇ ਚ ਵੀ ਇਹ ਦੁਬਾਰਾ ਵਾਲਾ ਨਹੀਂ ਨਾ, ਇਹ ਸਿੰਪਲ ਹੈ। ਹਾਂ, ਇਹ ਹੈਗਾ ਪੈਸਿਵ ਹੀ ਆ, ਕਿਉਂਕਿ ਪੈਸਿਵ 'ਚ ਤੁਹਾਨੂੰ ਕੀ ਦੱਸਿਆ ਸੀ ਕਿ ਬਾਏ ਜਿਹੜਾ ਹੁੰਦਾ ਵਾ ਉਹ ਭਾਵੇਂ ਛੱਡ ਵੀ ਦਈਏ ਤਾਂ ਆਪਣੀ ਮਰਜ਼ੀ ਹੁੰਦੀ ਨਾ, ਦੁਬਾਰਾ ਨਾ ਵੀ ਲੱਗਾ ਹੋਵੇ। ਸਬਜੈਕਟ ਮਿਸਿੰਗ ਹੋ ਗਿਆ ਨਾ, ਦੱਸਿਆ ਨਹੀਂ ਇੱਥੇ, ਦੱਸਿਆ ਨਹੀਂ ਉਹਨੇ ਕਿ ਕੰਮ ਕਿੰਨੇ ਕੰਪਲੀਟ ਕੀਤਾ ਸੀ।
ਓਕੇ ਓਕੇ ਸਰ। ਉਹਨੇ ਸਿਰਫ ਇਹ ਕਿਹਾ ਹਾਂਜੀ ਕਿ ਕੰਮ ਕੰਪਲੀਟ ਹੈ। ਹੁਣ ਇਹਨੇ ਦੱਸਿਆ ਕਿ ਕੰਮ ਸਟੂਡੈਂਟਸ ਨੇ, ਇਹ ਪਤਾ ਸੈਂਟੈਂਸ ਜਿਹੜੇ ਪੈਸਿਵ ਹੁੰਦੇ ਨਾ ਬੜੇ ਇੰਟਰਸਟਿੰਗ ਹੁੰਦੇ, ਮੈਨੂੰ ਤਾਂ ਬੜੇ ਇੰਟਰਸਟਿੰਗ ਲੱਗਦੇ ਆ, ਕਿਉਂਕਿ ਇਹ ਸੈਂਟੈਂਸ ਨੂੰ ਉਦੋਂ ਯੂਜ਼ ਕੀਤਾ ਜਾਂਦਾ ਵਾ ਜਦੋਂ ਅਸੀਂ ਨਾ ਥੋੜ੍ਹੀ ਇਸ ਤਰ੍ਹਾਂ ਦੀ ਗੱਲ ਕਰਨੀ ਹੈ ਜਾਂ ਜਿਹਦੇ ਨਾਲ ਆਪਾਂ ਥੋੜ੍ਹੀ ਕਿਸੇ ਨਾਲ ਕੰਟਰੋਵਰਸੀ ਕਰਨੀ ਹੈ, ਠੀਕ ਹੈ। ਹਾਂਜੀ ਤੇ ਜਿਵੇਂ ਕੰਟਰੋਵਰਸੀ ਦੀ ਕਰਨੀ ਹੈ, ਜਾਂ ਫਿਰ ਆਪਾਂ ਜਾਣ ਬੁੱਝ ਕੇ ਕਿਸੇ ਤੇ ਬਲੇਮ ਨਹੀਂ ਲਗਾਉਣਾ ਜਾਂ ਕਿਸੇ ਦਾ ਨਾਮ ਅੱਗੇ ਨਹੀਂ ਲੈ ਕੇ ਆਉਣਾ, ਉਦੋਂ ਯੂਜ਼ ਹੁੰਦੇ ਆ। ਐਗਜ਼ਾਮਪਲ ਦੱਸਾਂ ਤੁਹਾਨੂੰ, ਜਿਵੇਂ ਇਹਨੇ ਕੀ ਕੀਤਾ ਕਿ ਵਰਕ ਵਾਸ ਕੰਪਲੀਟਿਡ, ਟੀਚਰ ਨੇ ਨਾ ਆਪਣੇ ਪ੍ਰਿੰਸੀਪਲ ਨੂੰ ਰਿਪੋਰਟ ਦੇਣੀ ਹੈ, ਅਤੇ ਟੀਚਰ ਕਹਿ ਰਹੀ ਹੈ ਕਿ ਪ੍ਰਿੰਸੀਪਲ ਨੂੰ ਕਹਿ ਰਹੀ ਹੈ ਕਿ ਹਾਂ ਕੰਮ ਕੰਪਲੀਟ ਹੋ ਗਿਆ ਸੀ, ਵਰਕ ਵਾਸ ਕੰਪਲੀਟਿਡ। ਹੁਣ ਉਹਨੇ ਇਹ ਨਹੀਂ ਦੱਸਿਆ ਕਿ ਉਹਨੇ ਨਾ ਸੱਚ, ਮਤਲਬ ਉਹਨੇ ਕੀ ਕਰਨਾ, ਸੱਚ ਨੂੰ ਛੁਪਾਉਣਾ ਵੀ ਹੈ ਅਤੇ ਝੂਠ ਵੀ ਨਹੀਂ ਬੋਲਣਾ, ਠੀਕ ਹੈ। ਉਹਨੇ ਹਾਂਜੀ ਉਹਨੇ ਕੀ ਕੀਤਾ, ਪਰ ਐਕਚੁਅਲ ਸੱਚਾਈ ਮਗਰ ਹੈਗੀ ਹੈ ਕਿ ਸਟੂਡੈਂਟਸ ਨੇ ਨਹੀਂ ਕੰਮ ਕੀਤਾ ਸੀ, ਉਹਦੇ ਬੱਚੇ ਉਹਦੇ ਪੇਰੈਂਟਸ ਨੇ ਕੀਤਾ ਕੰਮ, ਠੀਕ ਹੈ। ਸੋ ਉਹਨੇ ਕੀ ਹਾਂਜੀ ਕਿਹਾ ਕਿ ਸਰ ਦ ਵਰਕ ਵਾਸ ਕੰਪਲੀਟਿਡ, ਠੀਕ ਹੈ। ਉਹਨੇ ਬਸ ਇੰਨੀ ਇਨਫੋਰਮੇਸ਼ਨ ਦਿੱਤੀ ਕਿ ਸਰ ਵਰਕ ਕੰਮ ਕੰਪਲੀਟ ਹੋ ਗਿਆ ਸੀ। ਉਹਨੇ ਇਹ ਨਹੀਂ ਕਿਹਾ ਕਿ ਕੰਮ ਬਾਏ ਦਾ ਸਟੂਡੈਂਟਸ ਹੋਇਆ ਸੀ ਕਿ ਬਾਏ ਦਾ ਪੇਰੈਂਟਸ ਹੋਇਆ ਸੀ, ਯੈਸ ਠੀਕ ਹੈ। ਜੇ ਤੇ ਬਾਏ ਦਾ ਪੇਰੈਂਟਸ ਕਹਿੰਦੀ ਤੇ ਉਹਨੇ ਫਸ ਜਾਣਾ ਸੀ ਆਪ, ਕਿਉਂਕਿ ਪ੍ਰਿੰਸੀਪਲ ਨੂੰ ਬੋਲਣਾ ਸੀ। ਤੇ ਹਾਂਜੀ ਜੇ ਤੇ ਉਹ ਕਹਿੰਦੀ ਕਿ ਬਾਏ ਦਾ ਸਟੂਡੈਂਟਸ ਹੋਇਆ ਸੀ ਤੇ ਉਹਨੇ ਝੂਠ ਬੋਲ ਦੇਣਾ ਸੀ, ਤੇ ਉਹ ਵੀ ਕਹਿੰਦੀ ਕਿ ਮੈਂ ਝੂਠ ਵੀ ਨਹੀਂ ਬੋਲਣਾ, ਠੀਕ ਹੈ। ਸੋ ਇਸ ਕਰਕੇ ਕੀ ਕਰੇਗੀ, ਉਹ ਸਬਜੈਕਟ ਹੀ ਲੁਕਾ ਦੇਗੀ, ਉਹ ਸਿੱਧਾ ਕਹੇਗੀ ਤਾਂ ਵਰਕ ਵਾਸ ਕੰਪਲੀਟਿਡ, ਯੈਸ ਠੀਕ ਹੈ। ਤੇ ਇਸ ਹਾਂ ਕਰਕੇ ਬੜੇ ਪੈਸਿਵ ਵੌਇਸ ਤੁਹਾਡੇ। ਤੇ ਠੀਕ ਹੈ ਸਰ। ਇਹ ਇਹਨਾਂ ਦੀ ਸਟੋਰੀ ਹੈਗੀ ਆ, ਤੇ ਪੰਜਾਬੀ 'ਚ ਵੀ ਚੱਲਦੇ ਆ। ਜਦੋਂ ਆਪਾਂ ਪੰਜਾਬੀ 'ਚ ਕਹਾਂਗੇ ਸਰ ਕੰਮ ਹੋ ਗਿਆ ਜੀ, ਠੀਕ ਹੈ, ਤੇ ਕੰਮ ਹੋ ਹਾਂਜੀ ਗਿਆ, ਉਹਨੇ ਇਹ ਨਹੀਂ ਦੱਸਿਆ ਨਾ ਕੰਮ ਕਿਹਨੇ ਕੀਤਾ। ਯੈਸ ਸਰ। ਉਹਨੇ ਇਹ ਨਹੀਂ ਦੱਸਿਆ ਕਿ ਮੈਂ ਕੀਤਾ, ਕਿ ਮੇਰੇ ਮਦਰ ਨੇ ਕੀਤਾ, ਕਿ ਮੇਰੇ ਫਾਦਰ ਨੇ ਕੀਤਾ, ਦੱਸਿਆ ਨਹੀਂ ਉਹਨੇ। ਹਾਂਜੀ ਮੈਂ ਕੁਛ ਦਿਨ ਪਹਿਲਾਂ ਇੱਕ ਨਿਊਜ਼ ਪੜ੍ਹਦਾ ਪਿਆ ਸੀ, ਉੱਥੇ ਲਿਖਿਆ ਸੀ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਮੁਹੱਲਾ ਕਲੀਨਿਕਸ ਹੈਗੇ ਆ, ਉਹਨਾਂ ਨਾ ਉੱਥੇ ਮੁਹੱਲਾ ਕਲੀਨਿਕਸ ਹੈਗੇ ਆ ਕਿ ਮਤਲਬ ਦਿੱਲੀ 'ਚ ਜਾਓ ਨਾ ਤੇ ਅਲੱਗ-ਅਲੱਗ ਮੁਹੱਲਿਆਂ 'ਚ ਉਹਨਾਂ ਨੇ ਸੁਸਾਇਟੀ ਕਲੀਨਿਕਸ ਖੋਲ੍ਹੇ ਨੇ, ਠੀਕ ਹੈ। ਸੋ ਹਾਂਜੀ ਉਹਨੂੰ ਹਿੰਦੀ 'ਚ ਬੋਲਦੇ ਮੁਹੱਲਾ ਕਲੀਨਿਕਸ, ਠੀਕ ਹੈ। ਸੋ ਉਹਨੇ ਕੀ ਕਿਹਾ, ਨਿਊਜ਼ ਪੇਪਰ 'ਚ ਲਿਖਿਆ ਸੀ ਕਿ ਮੁਹੱਲਾ ਕਲੀਨਿਕਸ ਵਰ, ਠੀਕ ਹੈ, ਓਪਨਡ ਰੀਸੈਂਟਲੀ, ਠੀਕ ਹੈ, ਇਨ ਦਿੱਲੀ। ਉਹਨੇ ਇਹ ਗੱਲ ਕੀਤੀ ਕਿ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕਸ ਜਿਹੜੇ ਰੀਸੈਂਟਲੀ ਓਪਨ ਹੋਏ ਨੇ, ਕੀਤੇ ਗਏ ਨੇ, ਹਾਂਜੀ ਠੀਕ ਹੈ। ਅੱਛਾ, ਤੇ ਇੰਝ ਵੀ ਲਿਖ ਸਕਦੀ ਸੀ ਕਿ ਜੇ ਉਹਨੇ ਕਹਿਣਾ ਹੋਵੇ ਕਿ ਮੁਹੱਲਾ ਕਲੀਨਿਕਸ ਵਰ ਓਪਨਡ ਇਨ ਰੀਸੈਂਟਲੀ ਇਨ ਦਿੱਲੀ ਬਾਏ ਆਮ ਆਦਮੀ ਪਾਰਟੀ, ਹਾਂਜੀ ਠੀਕ ਹੈ। ਉਹਨੇ ਕੀ ਕੀਤਾ, ਕਿਉਂਕਿ ਉਹ ਨਿਊਜ਼ ਚੈਨਲ ਜਿਹੜਾ ਹੈਗਾ ਸੀ ਉਹ ਹੈਗਾ ਸੀ ਬੀਜੇਪੀ ਦਾ ਨਿਊਜ਼ ਚੈਨਲ, ਉਹਨਾਂ ਦੀ ਸਪੋਰਟ ਕਰਦਾ। ਸੋ ਉਹਨੇ ਕੀ ਕੀਤਾ, ਉਹਨੇ ਇਹ ਵੀ ਕਹਿ ਤਾ ਕਿ ਹਾਂ ਦਿੱਲੀ 'ਚ ਕੰਮ ਹੋਇਆ ਵਾ, ਕਿਉਂਕਿ ਉਹਨੇ ਦਿੱਲੀ ਬਾਰੇ ਕੋਈ ਨਿਊਜ਼ ਦੇਣੀ ਸੀ। ਪਰ ਉਹਨੇ ਹਾਂਜੀ ਉਹਨੇ ਆਮ ਆਦਮੀ ਪਾਰਟੀ ਦੀ ਗੱਲ ਵੀ ਨਹੀਂ ਕੀਤੀ, ਉਹਨੇ ਬੀਜੇਪੀ ਨੂੰ ਵੀ ਇੱਕ ਉਹਨੂੰ ਝੂਠੇ ਨਹੀਂ ਪੈਣ ਦਿੱਤਾ, ਕਿ ਉਹਨੇ ਇਹ ਕਹਿ ਤਾ ਕਿ ਹਾਂ ਹੋਇਆ ਸੀ। ਹੁਣ ਜਿਹੜਾ ਵਿਊਵਰ ਹੈਗਾ ਵਾ ਉਹਨੂੰ ਪਤਾ ਨਹੀਂ ਲੱਗੇਗਾ ਕਿ ਹਾਂ ਮੁਹੱਲਾ ਕਲੀਨਿਕ ਖੋਲ੍ਹੇ ਕਿੰਨੇ ਆ, ਕਿ ਉਹ ਬੀਜੇਪੀ ਸਰਕਾਰ ਨੇ, ਸੈਂਟਰ ਦੀ ਗਵਰਨਮੈਂਟ ਨੇ ਖੋਲ੍ਹੇ ਆ ਕਿ ਸਟੇਟ ਗਵਰਨਮੈਂਟ ਨੇ ਖੋਲ੍ਹੇ ਆ, ਕਿ ਆਮ ਆਦਮੀ ਪਾਰਟੀ ਨੇ ਖੋਲ੍ਹੇ, ਹਾਂਜੀ ਉਹ ਕਨਫਿਊਜ਼ ਹੋ ਜਾਏਗਾ। ਸੋ ਇਸ ਠੀਕ ਹੈ। ਕਰਕੇ ਅਗਲੇ ਬੰਦੇ ਨੂੰ ਕਨਫਿਊਜ਼ ਕਰਨ ਲਈ ਜਾਂ ਥੋੜ੍ਹੀ ਜਿਹੀ ਡਿਬੇਟੇਬਲ ਵਿਊ ਪੁਆਇੰਟ ਦੱਸਣ ਲਈ ਆਪਾਂ ਪੈਸਿਵ ਵੌਇਸ ਬਣਾਏ ਗਏ ਨੇ, ਜਿਸ 'ਚ ਸਬਜੈਕਟ ਹੁੰਦਾ ਹੀ ਨਹੀਂ ਹੈ। ਹਾਂਜੀ ਕਿ ਅਗਲਾ ਕਨਫਿਊਜ਼ ਹੋ ਜਾਵੇ, ਕਿ ਆਪਾਂ ਵੀ ਸੱਚੇ ਰਹੀਏ ਤੇ ਅਗਲਾ ਵੀ ਕਨਫਿਊਜ਼ ਹੋ ਜਾਏ ਕਿ ਕੀ ਹੋਇਆ। ਇਸ ਕਰਕੇ ਥੋੜ੍ਹੇ ਜਿਹੇ ਟ੍ਰਿਕੀ ਜਿਹੜੇ ਹੁੰਦੇ ਨਾ, ਟ੍ਰਿਕੀ ਸੈਂਟੈਂਸਿਸ, ਇਹਨਾਂ ਲਈ ਪੈਸਿਵ ਵੌਇਸ ਹੀ ਬਣਾਇਆ ਗਏ ਨੇ, ਇਹਨਾਂ ਦੀ ਇਨਵੈਂਸ਼ਨ ਹੋਈ ਹੈ। ਅਤੇ ਇੱਕ ਹੋਰ ਚੀਜ਼ ਜਿਵੇਂ ਇਹਦੇ 'ਚ ਕਿਹਾ ਕਿ ਜੇ ਸਪੋਜ਼ ਸਾਨੂੰ ਇਹੋ ਜਿਹਾ ਸੈਂਟੈਂਸ ਆ ਜਾਏ, ਠੀਕ ਹੈ, ਇਹਦੇ 'ਚ ਤੁਹਾਨੂੰ ਮੈਂ ਪੰਜਾਬੀ ਲਿਖ ਕੇ ਭੇਜੀ ਹੈ ਕਿ ਮੁਹੱਲਾ ਕਲੀਨਿਕ ਬਣਾਏ ਗਏ ਨੇ, ਓਪਨ ਕੀਤੇ ਗਏ ਨੇ, ਠੀਕ ਹੈ। ਅਤੇ ਤੁਹਾਨੂੰ ਮੈਂ ਕਿਹਾ ਹੋਵੇ ਕਿ ਸਰਵੀਨ ਇਹ ਤੁਹਾਡੇ ਕੋਲ ਇੱਕ ਹੈਗਾ ਜੇ ਸੈਂਟੈਂਸ ਕਿ ਮੁਹੱਲਾ ਕਲੀਨਿਕ ਓਪਨ ਕੀਤੇ ਗਏ ਨੇ, ਜਾਂ ਤੁਹਾਨੂੰ ਮੈਂ ਸੈਂਟੈਂਸ ਦਿੱਤਾ ਪੈਸਿਵ ਦਾ। ਤੁਹਾਨੂੰ ਮੈਂ ਕਿਹਾ ਕਿ ਸਰਵੀਨ ਤੁਹਾਡਾ ਕੰਮ ਹੈਗਾ ਵਾ, ਤੁਸੀਂ ਪੈਸਿਵ ਨੂੰ ਐਕਟਿਵ 'ਚ ਕਨਵਰਟ ਕਰਨਾ, ਹਾਂਜੀ ਠੀਕ ਹੈ। ਹੁਣ ਤੁਸੀਂ ਇੱਥੇ ਕਨਫਿਊਜ਼ ਹੋ ਜਾਓਗੇ ਕਿ ਮੈਂ ਇੱਥੇ ਮੈਂ ਐਕਟਿਵ 'ਚ ਕਨਵਰਟ ਤਾਂ ਕਰ ਦਾਂਗੀ, ਪਰ ਮੈਂ ਕੀ ਕਰਾਂ, ਸਬਜੈਕਟ ਤਾਂ ਮੇਰੇ ਕੋਲ ਹੈ ਹੀ ਨਹੀਂ ਹੈ, ਪਰ ਐਕਟਿਵ 'ਚ ਤਾਂ ਸਬਜੈਕਟ ਚਾਹੀਦਾ। ਹਾਂਜੀ ਠੀਕ ਹੈ, ਫਿਰ ਉਹਦੇ 'ਚ ਤੁਸੀਂ ਹੋਏ ਨਾ ਕਨਫਿਊਜ਼। ਜਦੋਂ ਆਪਾਂ ਇਹੋ ਜਿਹੀ ਚੀਜ਼ ਆ ਜਾਏ ਨਾ, ਅਤੇ ਆਪਾਂ ਸਕੂਲ ਲੈਵਲ 'ਤੇ ਵੀ ਸਿੱਖਿਆ ਹੈ, ਤੁਹਾਨੂੰ ਮੈਂ ਰੀਫਰੈਸ਼ ਕਰਾ ਰਿਹਾ, ਉਹਦੇ 'ਚ ਪਤਾ ਕੀ ਸਿਖਾਇਆ ਗਿਆ ਸਾਨੂੰ, ਕਿ ਉਦੋਂ ਕਹਿੰਦੇ ਹੁੰਦੇ ਆ ਕਿ ਤੁਹਾਨੂੰ ਜੇ ਨਹੀਂ ਪਤਾ ਨਾ ਕੰਮ ਕਿਹਨੇ ਕੀਤਾ, ਤੁਸੀਂ ਉਹਨੂੰ ਸਿੱਧਾ ਤੇ ਲਿਖ ਦੇਣਾ ਬਾਏ ਸਮਵਨ, ਕਿ ਸਮਵਨ, ਠੀਕ ਹੈ। ਤੁਸੀਂ ਹਾਂਜੀ ਕਹਿ ਦੇਣਾ ਸਮਵਨ ਜਿਹੜਾ ਬਣ ਗਿਆ ਤੁਹਾਡਾ ਸਬਜੈਕਟ ਬਣ ਗਿਆ, ਬਾਕੀ ਰੂਲ ਲਾ ਦਿਓ ਸੈਕਿੰਡ ਫॉर्म ਵਰਬ, ਸਮਵਨ ਓਪਨ ਦਾ ਮੁਹੱਲਾ ਕਲੀਨਿਕਸ ਇਨ ਦਿੱਲੀ। ਹਾਂਜੀ ਸੋ ਯੈਸ ਇਹ ਤੁਹਾਡਾ ਸਮਵਨ ਨਾਲ ਕੀ ਹੋਇਆ, ਸਮਵਨ ਦੇ ਨਾਲ ਆਪਾਂ ਐਕਟਿਵ ਵੌਇਸ ਤੇ ਬੋਲ ਦਿੱਤੀ, ਪਰ ਆਪਾਂ ਫਿਰ ਉਹਨੂੰ ਅਗਲੇ ਨੂੰ ਕਨਫਿਊਜ਼ ਕਰ ਦਿੱਤਾ, ਕਿਉਂਕਿ ਸਮਵਨ ਤੋਂ ਉਹਨੂੰ ਫਿਰ ਵੀ ਪਤਾ ਲੱਗਣਾ ਕਿ ਸਮਵਨ ਕੌਣ ਹੈਗਾ, ਕਿ ਦਿੱਲੀ ਹੈ, ਹਾਂਜੀ ਕਿ ਉਹ ਅਰਵਿੰਦ ਕੇਜਰੀਵਾਲ ਹੈ ਕਿ ਨਰਿੰਦਰ ਮੋਦੀ ਹੈ, ਉਹਨੂੰ ਪਤਾ ਨਹੀਂ ਲੱਗਣਾ ਅਗਲੇ ਨੂੰ, ਹਾਂਜੀ ਠੀਕ ਹੈ ਨਾ। ਜਾਂ ਫਿਰ ਜੇ ਸਾਨੂੰ ਪਤਾ ਵਾ ਕਿ ਜਿਹੜੀ ਰੀਸੈਂਟਲੀ, ਕਿਉਂਕਿ ਮੁਹੱਲਾ ਕਲੀਨਿਕ ਜਿਹੜੇ ਹੈਗੇ ਆ ਉਹ ਇੱਕ ਹੋਸਪਿਟਲ ਖੋਲ੍ਹੇਗਾ, ਜਾਂ ਇੱਕ ਮੁਕੇਸ਼ ਅੰਬਾਨੀ ਖੋਲ੍ਹੇਗਾ, ਜਾਂ ਫਿਰ ਕੋਈ ਰਤਨ ਟਾਟਾ ਖੋਲ੍ਹੇਗਾ, ਜਾਂ ਫਿਰ ਆਪਾਂ ਕਹਿ ਤਾ ਕਿ ਇਹ ਬੈਂਕ ਨੇ ਖੋਲ੍ਹੇ ਨੇ, ਜਾਂ ਆਪਾਂ ਕਹਿ ਤਾ ਕਿ ਅਰਵਿੰਦ ਕੇਜਰੀਵਾਲ ਨੇ ਖੋਲ੍ਹੇ ਨੇ। ਫਿਰ ਉਹਦਾ ਜੇ ਪੱਕਾ ਨਾਮ ਪਤਾ ਤੁਹਾਨੂੰ, ਫਿਰ ਤੁਸੀਂ ਪੱਕਾ ਨਾਮ ਲਿਖ ਦੋਗੇ ਸਮਵਨ ਦੀ ਜਗ੍ਹਾ, ਠੀਕ ਹੈ। ਫਿਰ ਤੁਸੀਂ ਲਿਖ ਦਿਓ ਕਿ ਆਮ ਆਦਮੀ ਪਾਰਟੀ ਨੇ, ਜਿਵੇਂ ਆਮ ਆਦਮੀ ਪਾਰਟੀ ਲਿਖ ਦਿੱਤਾ ਤੁਸੀਂ,
ਠੀਕ ਹੈ। ਜੇ ਤੁਹਾਨੂੰ ਪੱਕਾ ਨਾਮ ਪਤਾ ਹੈ, ਜੇ ਤੁਸੀਂ ਛੁਪਾਉਣਾ ਕਿਸੇ ਤੋਂ ਤੇ ਫਿਰ ਤੁਸੀਂ ਸਿੱਧਾ ਇੰਝ ਵੀ ਕਹਿ ਸਕਦੇ ਸੀ ਇਹਦਾ ਗਵਰਨਮੈਂਟ। ਹੁਣ ਫਿਰ ਉਹ ਛੁਪਾ ਗਿਆ, ਹੁਣ ਉੱਥੇ ਕੀ ਕਹੇਗਾ ਗਵਰਨਮੈਂਟ, ਗਵਰਨਮੈਂਟ ਤੇ ਕੋਈ ਵੀ ਹੋ ਸਕਦੀ ਹੈ, ਉਹ ਤੇ ਦਿੱਲੀ ਦੀ, ਉਹ ਤੇ ਕਾਂਗਰਸ ਵੀ ਹੋ ਸਕਦੀ, ਬੀਜੇਪੀ ਵੀ ਹੋ ਸਕਦੀ, ਉਹਨੂੰ ਨਹੀਂ ਪਤਾ। ਹਾਂਜੀ ਠੀਕ ਹੈ। ਹਾਂਜੀ ਸੋ ਫਿਰ ਜੇ ਸਾਰਾ ਕੁਝ ਛੁਪਾਉਣਾ ਤਾਂ ਸਿੱਧਾ ਚੁੱਪ ਕਰਕੇ ਸਮਨ ਲੈ ਦੋ। ਹਾਂਜੀ ਸਮਨ ਲੈ ਦੋ ਜਾਂ somebody ਲੈ ਦੋ, ਦੋਵਾਂ ਦਾ ਮਤਲਬ ਸੇਮ ਹੈ। ਓਕੇ ਸਰ। ਠੀਕ ਹੈ। ਈਵਨ ਤੁਸੀਂ ਪੈਸਿਵ ਵੌਇਸ ਵੀ ਲਿਖ ਸਕਦੇ ਸੀ ਬਾਏ ਸਮਬਡੀ, ਕਿ ਹਾਂ ਕਿਸੇ ਦੁਆਰਾ। ਹਾਂਜੀ ਠੀਕ ਹੈ। ਸੋ ਇਹ ਹੈਗਾ ਜੀ ਥੋੜਾ ਜਿਹਾ ਟ੍ਰਿਕੀ ਕੰਮ। ਠੀਕ ਹੈ, ਮੈਂ ਤੁਹਾਨੂੰ ਦੱਸ ਦਿੱਤਾ ਜੇ ਇਹ ਤੁਹਾਡਾ ਚੱਲ ਸਕਦਾ ਹੈ, ਇਹ ਐਕਟਿਵ ਟੂ ਪੈਸਿਵ ਵੌਇਸ ਕਨਵਰਟ ਹੋ ਗਿਆ। ਇੱਥੇ ਮੈਂ ਲਿਖ ਦੇਣਾ ਤੁਹਾਨੂੰ ਕਿ ਸਮ ਸਪੈਸ਼ਲ ਕੇਸਿਸ, ਸਪੈਸ਼ਲ ਕੰਟਰੋਵਰਸ਼ੀਅਲ ਕੇਸਿਸ, ਜਿਹਦੇ 'ਚ ਕੰਟਰੋਵਰਸੀ ਹੈਗੀ ਹੈ। ਗॉट इट। ਹਾਂਜੀ ਸਰ। ਸਾਰਾ ਕੁਝ ਅਸੀਂ ਕਰ ਲਿੱਤਾ। ਹੁਣ ਆਪਾਂ ਦੋ ਚੀਜ਼ਾਂ ਆਪਾਂ ਹਾਲੇ ਤੱਕ ਕੀਤੇ ਆ ਕਿ ਕਿਵੇਂ ਅਸੀਂ ਕਰਨਾ ਵਾ ਐਕਟਿਵ ਤੋਂ ਪੈਸਿਵ ਚੇਂਜ ਪੋਜ਼ਿਟਿਵ ਸੈਂਟੈਂਸਿਸ ਨੂੰ। ਠੀਕ ਹੈ। ਫਿਲਹਾਲ ਮੈਂ ਤੁਹਾਨੂੰ ਉਹ ਕਰਾਇਆ, ਹੁਣ ਮੈਂ ਤੁਹਾਨੂੰ ਕਰਾ ਲੱਗਾ ਨੈਗੇਟਿਵ ਨੂੰ ਕਿਵੇਂ ਚੇਂਜ ਕਰਨਾ। ਪੈਸਿਵ ਚ। ਹਾਂ, ਨੈਗੇਟਿਵ ਦੇ ਪੈਸਿਵ ਕਿਵੇਂ ਬਣ ਹਾਂਜੀ ਗਏ, ਇਹਦੇ ਹੋ ਗਏ। ਹੁਣ ਆਪਾਂ ਨੈਗੇਟਿਵ ਦੇ ਕਰ ਲੱਗੇ। ਨੈਗੇਟਿਵ 'ਚ ਇੱਥੇ ਲਿਖ ਦੇਤਾ ਨੈਗੇਟਿਵ ਸੈਂਟੈਂਸਿਸ। ਸੋ ਇਹਦੇ 'ਚ ਆ ਗਿਆ ਮਾਈ ਸਿਸਟਰ ਡਰੋਪ ਦਾ ਕਾਰ। ਇਹਦੇ ਵਿੱਚ ਜੇ ਆਪਾਂ ਕਹਿ ਦਾਂਗੇ ਕਿ ਨਹੀਂ ਚਲਾਈ ਸੀ, ਆਪਾਂ ਕਹਾਂਗੇ ਮਾਈ ਸਿਸਟਰ ਡਿਡਨਟ ਡਰਾਈਵ ਦਾ ਕਾਰ। ਠੀਕ ਹੈ। ਪੈਸਿਵ ਦਾ ਤੇ ਪਹਿਲੇ ਗੱਲ ਤੇ ਇਹ ਬਣੇਗਾ, ਸੋਰੀ ਐਕਟਿਵ ਦਾ ਸਿੰਪਲ ਟੈਂਸ ਇਹ ਬਣੇਗਾ, ਮੇਰੀ ਸਿਸਟਰ ਨੇ ਕਾਰ ਨਹੀਂ ਚਲਾਈ ਸੀ, ਡਿਡਨਟ ਡਰਾਈਵ ਦਾ ਕਾਰ। ਠੀਕ ਹੈ। ਤੇ ਇੱਥੇ ਡਰਾਈਵ ਆ ਗਿਆ। ਹੁਣ ਇਹਦਾ ਨੈਗੇਟਿਵ 'ਚ ਕਿਵੇਂ ਚੱਲੇਗਾ ਪੈਸਿਵ, ਕਿ ਦ ਕਾਰ ਵਾਸ, ਜਿੱਥੇ ਉਹਨੇ ਡਿਡਨਟ ਕਿਹਾ ਸੀ ਨਾ, ਸੋ ਇਹਦੀ ਜਗ੍ਹਾ ਕੀ ਆ ਗਿਆ ਕਿ ਆਪਾਂ ਰੂਲ ਤੋਂ ਹੀ ਚਲਾਉਂਦੇ ਪਏ ਹਾਂ। ਆਬਜੈਕਟ ਵੇਖੋ, ਆਬਜੈਕਟ ਆ ਗਿਆ ਪਹਿਲਾਂ, ਇਹ ਆਬਜੈਕਟ ਆ ਗਿਆ, ਹਾਂਜੀ ਆ ਚੁੱਕ ਕੇ ਆਪਾਂ ਲਾ ਤਾ ਇੱਥੇ। ਤੇ ਉਸ ਤੋਂ ਬਾਅਦ ਕੀ ਕੀਤਾ, ਉਸ ਤੋਂ ਬਾਅਦ ਹੈਲਪ ਵੀਵਰ ਹੈਲਪ ਬਣਦੀ, ਹੈਲਪ ਵੀਵਰ ਮੈਨੂੰ ਪਤਾ ਕਿ ਕਾਰ ਇੱਕ ਹੈਗੀ ਹੈ ਤੇ ਵਾਜ਼ ਲਾਤਾ। ਠੀਕ ਹੈ। ਹਾਂਜੀ ਤੇ ਹੁਣ ਮੈਨੂੰ ਇਹ ਵੀ ਦੇਖਣਾ ਕਿ ਜੇ ਨਾ ਵਾਚਕ ਹੈਗਾ ਸੀ ਨਾ, ਡਿਡਨਟ ਲਾਇਆ ਸੀ, ਆਪਾਂ ਨੋਟ ਕਰ ਦੇਣਾ ਵਿੱਚ ਬਸ ਨੋਟ ਡਰਿਵਨ। ਇੱਥੇ ਹਾਂਜੀ ਆਪਾਂ ਦੱਸਿਆ ਪੈਸਿਵ ਹਾਂ। ਚ ਡਿਡ ਡੂ ਨਹੀਂ ਲੱਗਣਾ, ਹਾਂ ਡਿਡੰਟ ਨਹੀਂ ਹਾਂ ਲੱਗਣਾ। ਹਾਂ, ਬਿਲਕੁਲ ਬਿਲਕੁਲ। ਡਿਡਨ ਦੇ ਵਾਜ਼ ਨੋਟ ਜਾਂ ਵਰ ਨੋਟ ਬਣ ਜਾਣਾ। ਹਾਂਜੀ ਤੁਸੀਂ ਵਾਜ਼ ਨੋਟ ਜਾਂ ਵਾਜ਼ਨਟ ਵੀ ਲਿਖ ਵਰ ਸਕਦੇ ਹੋ ਸ਼ੋਰਟ ਫਾਰਮ। ਹਾਂਜੀ ਜੇ ਜੇ ਤੁਸੀਂ ਇੰਝ ਲਿਖਿਆ ਹੋਵੇ, ਜੇ ਤੇ ਕਾਰਸ ਹੈਗੀਆਂ ਜ਼ਿਆਦਾ, ਠੀਕ ਹੈ, ਤਾਂ ਕਾਰਸ, ਤੇ ਕਾਰਸ ਜ਼ਿਆਦਾ ਹੈਗੀਆਂ, ਤੁਹਾਨੂੰ ਵਰ ਨੋਟ ਲਾਉਣਾ ਵਰ ਪਏਗਾ, ਕਿਉਂਕਿ ਵਰ ਜ਼ਿਆਦਾ ਚੀਜ਼ਾਂ ਨੂੰ ਕਿਹਾ ਜਾਂਦਾ। ਹਾਂਜੀ ਠੀਕ ਹੈ। ਇਧਰ ਵੀ ਵਿਲ ਰਾਈਟ ਵਰ ਨੋਟ ਜਾਂ ਵਰੰਟ ਵੀ ਲਿਖ ਸਕਦੇ, ਵਰੰਟ ਡਰਿਵਨ ਬਾਏ ਮਾਈ ਸਿਸਟਰ। ਹਾਂਜੀ ਇੱਥੇ ਤੁਹਾਡੀ ਸਿਸਟਰ ਇੱਕ ਨੇ, ਚਾਹੇ ਸਿਸਟਰ ਜ਼ਿਆਦਾ ਨੇ, ਚਾਹੇ ਸਿਸਟਰਸ ਐਂਡ ਮਦਰਸ ਨੇ, ਉਹਦਾ ਕੋਈ ਇਹਨੂੰ ਮੈਟਰ ਨਹੀਂ ਕਰਦਾ। ਸਾਰੇ ਕਿਤੇ ਆਪਾਂ ਸੈਕਿੰਡ ਫਾਰਮ ਵਰਬ ਜਾਂ ਡੀਡੀ ਲਗਾਉਣਾ, ਕਿਉਂਕਿ ਇੱਥੇ ਉਹ ਹਾਂਜੀ ਸਿੰਗਲ ਪਲੂਰਲ ਦਾ ਰੂਲ ਨਹੀਂ ਹੁੰਦਾ ਅੱਜ ਕੋਈ। ਠੀਕ ਹੈ। ਯੈਸ ਸਰ। ਚਲੋ ਜੀ ਅੱਗੇ, ਹੁਣ ਆਗੇ ਨੇ, ਇਹ ਤੇ ਹੋ ਗਿਆ। ਨੈਕਸਟ ਅਸੀਂ ਕਰ ਰਹੇ ਅਦਰ ਸੈਂਪਲਸ ਦੀ ਗੱਲ ਕਰਾਂ ਤੇ ਇਹਦੇ 'ਚ ਉਹਨੇ ਕਿਹਾ ਸੀ ਕਿ ਸਟੂਡੈਂਟਸ ਨੇ ਕੰਮ ਕੰਪਲੀਟ ਕੀਤਾ ਸੀ, ਜੇ ਤੇ ਕਹਾਂ ਕਿ ਨਹੀਂ ਕੀਤਾ ਸੀ ਤੇ ਨਹੀਂ ਆ ਗਿਆ ਕਿ ਇੱਥੇ ਆ ਜਾਏਗਾ ਕਾਮਨ ਸਟੂਡੈਂਟਸ ਦੁਆਰਾ ਕੰਪਲੀਟ ਨਹੀਂ ਕੀਤਾ ਗਿਆ ਸੀ, ਨਹੀਂ ਹਾਂਜੀ ਨਹੀਂ ਆਏ ਨਾ ਉੱਥੇ। ਠੀਕ ਹੈ। ਸਾਰੇ ਕਿਤੇ ਕੰਮ ਸਾਰੇ, ਨੂੰ ਕੰਪਲੀਟ ਨਹੀਂ ਕੀਤਾ ਗਿਆ ਸੀ। ਠੀਕ ਹੈ, ਨਹੀਂ ਵਾਲੇ ਆ ਗਏ ਤਾਂ ਉੱਥੇ ਆ ਹਾਂ- ਜਾਏਗਾ ਤਾਂ ਸਟੂਡੈਂਟਸ ਡਿਡਨਟ ਕੰਪਲੀਟ ਦਾ ਵਰਕ। ਓਕੇ। ਪੈਸਿਵ ਬਣ ਹਾਂ- ਜਾਏਗਾ ਦ ਵਰਕ ਵਾਜ਼ ਨੋਟ ਕੰਪਲੀਟਡ ਬਾय them ਬਾय द स्टूडेंट्स। ਹਾਂਜੀ ਸੋ ਐਸੇ ਸਾਡੇ ਸੈਂਪਲ ਸੈਂਟੈਂਸਿਸ ਕੁਛ ਹੋਰ। ਠੀਕ ਹੈ। ਉਸ ਤੋਂ ਬਾਅਦ ਹੁਣ ਨੈਕਸਟ ਮੈਂ ਕਰਨ ਲੱਗਾ ਵਾਂ ਇੰਟੈਰੋਗੇਟਿਵ ਦਾ। ਇੰਟੈਰੋਗੇਟਿਵ 'ਚ ਲਿਖਿਆ ਹੋਵੇ ਤਾਂ ਉਹਨਾਂ ਨੂੰ ਕਿਵੇਂ ਕਰਨਾ ਸੀ। ਸੋ ਇੰਟੈਰੋਗੇਟਿਵ 'ਚ ਹੋ ਜਾਏਗਾ ਕਿ ਕੀ ਮੇਰੇ ਸਿਸਟਰ ਨੇ ਕਾਰ ਚਲਾਈ ਸੀ। ਠੀਕ ਹੈ। ਉਹਦੇ ਵਿੱਚ ਹਾਂ ਮੈਂ ਥੋੜ੍ਹੀ ਪੰਜਾਬੀ ਲਿਖ ਦੇਣਾ ਕਿ ਮੇਰੇ ਸਿਸਟਰ ਨੇ ਕਾਰ ਚਲਾਈ ਸੀ। ਇਹ ਤੁਹਾਡਾ ਆ ਜਾਏਗਾ ਪੰਜਾਬੀ ਸੈਂਟੈਂਸ। ਅਤੇ ਇਹਦੇ ਵਿੱਚ ਆ ਜਾਏਗਾ, ਫਿਰ ਤੁਹਾਨੂੰ ਕਿਹਾ ਸੀ ਡਿਡ ਲਾ ਦੇਣਾ, ਡਿਡ ਮਾਈ ਸਿਸਟਰ ਡਰਾਈਵ ਦਾ ਕਾਰ। ਹਾਂਜੀ ਠੀਕ ਹੈ। ਇਹ ਤੁਹਾਡਾ ਇਹ 'ਚ ਆ ਗਿਆ, ਅਤੇ ਇੱਥੇ ਆਪਾਂ ਕੁਐਸਚਨ ਮਾਰਕ ਲਗਾਉਣਾ ਪਏਗਾ ਸਾਨੂੰ। ਪੈਸਿਵ ਵਿੱਚ ਕੀ ਹੋਏਗਾ, ਪੈਸਿਵ ਦੇ ਵਿੱਚ ਫਿਰ ਉਹੀ ਚੀਜ਼ ਆਪਾਂ ਕੀ ਕਰਾਂਗੇ, ਪਹਿਲਾਂ ਤਾਂ ਮੈਂ ਕੀ ਕਰਾਂਗਾ, ਇਹਦਾ ਬਣਾਵਾਂਗਾ ਡਿਡ ਕੱਟ ਕੇ ਨਾ। ਪਹਿਲਾਂ ਮੈਂ ਕੀ ਕਰਦਾ ਹੁੰਦਾ, ਸਟੈਪ ਸਿੱਖਣਾ। ਸਟੈਪ ਇਹ ਹੈਗਾ ਕਿ ਡਿਡ ਵਾਲੀ ਲਾਈਨ ਸੇਮ ਆਪਾਂ ਜੋ ਲਿਖੀ ਹੋਈ ਹੈ, ਹਾਂਜੀ ਪਹਿਲਾਂ ਤਾਂ ਕੀ ਕਰਾਂਗਾ ਡਿਡ ਕੱਟ ਕੇ, ਜਿਹੜਾ ਬਾਕੀ ਚੀਜ਼ ਹੈਗੀ ਨਾ ਉਹਦਾ ਮੈਨੂੰ ਡਿਡ ਨਾਲ ਮੈਨੂੰ ਇਹ ਨਿਸ਼ਾਨੀ ਪਤਾ ਲੱਗੀ ਕਿ ਪਾਸਟ ਹੈਗਾ। ਹੁਣ ਮੈਂ ਹਾਂ ਪਹਿਲਾਂ ਕੀ ਕਰਾਂਗਾ, ਮੈਂ ਡਿਡ ਕੱਟ ਕੇ ਨਾ ਪਹਿਲਾਂ ਮੈਂ ਬਣਾਵਾਂਗਾ ਇਹਦਾ ਸਿੰਪਲ ਦਾ। ਸੋ ਮਾਈ ਸਿਸਟਰ ਡਰੋਪ ਦਾ ਕਾਰ ਆਪਾਂ ਕਹਾਂਗੇ ਦ ਕਾਰ ਵਾਸ ਡਰਿਵਨ ਬਾਏ ਮਾਈ ਸਿਸਟਰ, ਇਹ ਲਿਖਾਂਗੇ। ਹਾਂ ਠੀਕ ਹੈ। ਨੀਚੇ ਲਿਖਿਆ ਹੋਇਆ ਵਾ ਸਿੰਪਲ ਦਾ ਬਣ ਗਿਆ। ਹਾਂਜੀ ਹੁਣ ਕੀ ਕਰਨਾ ਮੈਂ ਇਹਨਾਂ ਵਿੱਚ ਕੀ ਕਰਨਾ ਕਿ ਅਸੀਂ ਕੀ ਕਰਦੇ ਹਾਂ ਕਿ ਜਿਹੜਾ ਡਿਡ ਜਿੱਥੇ ਲੱਗਾ ਨਾ, ਸੋ ਓਬਵੀਅਸਲੀ ਆਪਾਂ ਜਿਹੜਾ ਵਾਜ਼ ਹੈਗਾ ਉਹਨੂੰ ਚੁੱਕ ਕੇ ਕਾਰ ਦੇ ਮਗਰ ਲੈ ਜਾਵਾਂਗੇ, ਉਹਨੂੰ ਚੁੱਕ ਕੇ ਉੱਧਰ ਲੈ ਜਾਵਾਂਗੇ। ਸੋ ਆਪਾਂ ਲਿਖ ਦਾਂਗੇ ਵਾਜ਼ ਪਹਿਲਾਂ ਆ ਜਾਏਗਾ, ਵਾਜ਼ ਦਾ ਕਾਰ ਡਰਿਵਨ ਬਾਏ ਮਾਈ ਸਿਸਟਰ। ਹਾਂਜੀ ਬਸ ਇੰਨਾ ਕੰਮ ਤੁਹਾਡਾ। ਮੀਨਸ ਕਿ ਜਿਵੇਂ ਆਪਾਂ ਉੱਪਰ ਡਿਡ ਸਭ ਤੋਂ ਪਹਿਲਾਂ ਲਾਉਂਦੇ ਹਾਂ, ਇੱਥੇ ਵਾਜ਼ ਇੱਕ ਦੇ ਨਾਲ ਤੇ ਜ਼ਿਆਦਾ ਦੇ ਨਾਲ ਵਰ। ਹਾਂ ਬਿਲਕੁਲ ਠੀਕ ਹੈ। ਓਬਜੈਕਟ ਮਤਲਬ ਤੁਸੀਂ ਕੀ ਕੀਤਾ,
ਕੀਤਾ, ਇਹ ਤੁਸੀਂ ਬਣਾਇਆ ਪੈਸਿਵ ਜਿਸ ਆਬਜੈਕਟ ਤੋਂ ਬਾਅਦ ਹੈਲਪਿੰਗ ਵਰਬ ਹੈਗਾ ਸੀ, ਹਾਂਜੀ ਠੀਕ ਹੈ। ਇਹਦੇ ਵਿੱਚ ਕੀ ਕੀਤਾ, ਹੈਲਪਿੰਗ ਵਰਬ ਚੁੱਕ ਕੇ ਆਬਜੈਕਟ ਦੇ ਮਗਰ ਲੈ ਗਏ ਹਾਂਜੀ ਕੁਐਸਚਨ ਦੇ ਜਿੱਤੇ ਤੇ ਕੁਐਸਚਨ ਬਣਾਤਾ ਨੂੰ। ਸੋ ਬੋਲਣ 'ਚ ਵੀ ਸਹੀ ਲੱਗਦਾ, ਤੁਸੀਂ ਬੋਲ ਕੇ ਵੇਖ ਲਓ, ਵਾਸ ਦਾ ਕਾਰ ਡਰਿਵਨ ਬਾਈ ਸਿਸਟਮ, ਠੀਕ ਹੈ। ਸੋ ਬੋਲਣ 'ਚ ਹਾਂਜੀ ਹੀ ਜੱਜ ਜਾਂਦਾ, ਠੀਕ ਹੈ। ਅਦੀ ਹੋਰ ਐਗਜ਼ਾਮਪਲਸ ਲਿਖ ਦੇਣਾ ਕਿ ਐਗਜ਼ਾਮਪਲਸ, ਅਦਰ ਐਗਜ਼ਾਮਪਲਸ ਲਿਖ ਦੇਣਾ ਕਿ ਅਦਰ ਐਗਜ਼ਾਮਪਲਸ ਆ ਸਕਦੀਆਂ ਨੇ ਕਿ ਜਿਵੇਂ ਮੈਂ ਵਾਸ ਨਾਲ ਲਿਖ ਸਕਦਾ ਕਿ ਜਿਵੇਂ ਇੱਥੇ ਹੈਗਾ ਡਿਡ ਯੂ ਮੇਕ ਦਾ ਕਲਾਚ, ਕਿ ਤੂੰ ਫੋਟੋ ਦਾ ਕਲਾਚ ਤੂੰ ਬਣਾਇਆ ਸੀ, ਠੀਕ ਹੈ। ਤੇ ਇੱਥੇ ਆ ਜਾਏਗਾ ਵਾਸ ਦਾ ਕਲਾਚ ਮੇਡ ਬਾਈ ਯੂ, ਠੀਕ ਹੈ। ਹਾਂਜੀ ਬਟ ਇੱਕ ਚੀਜ਼ ਦਾ ਤੁਸੀਂ ਖਿਆਲ ਦਿੱਤਾ ਇੱਥੇ ਕਿ ਇੱਥੇ ਇਹਨਾਂ ਨੇ ਮੇਕ ਲਾਇਆ ਸੀ, ਪਰ ਇੱਥੇ ਮੈਂ ਮੇਡ ਲਾਇਆ ਵਾ। ਉਹ ਕਿਉਂ ਹਾਂਜੀ ਲਗਾਇਆ, ਕਿਉਂਕਿ ਇੱਥੇ ਜਿਹੜੀ ਗੱਲ ਹੋ ਰਹੀ ਸੀ ਸਾਡੀ, ਉਹ ਡਿਡ ਨੇ ਫਸਟ ਫਾਰਮ ਰੱਖਣੀ ਹੈ, ਪਰ ਵਾਸ ਪੈਸਿਵ ਜਿਹੜਾ ਹੈਗਾ ਥਰਡ ਫਾਰਮ ਤੋਂ ਬਿਨਾਂ ਆਉਂਦਾ ਨਹੀਂ, ਤਾਂ ਥਰਡ ਫਾਰਮ ਲਾਣੀ ਪੈਣੀ ਸਾਨੂੰ ਉੱਥੇ। ਹਾਂਜੀ ਤੇ ਇਹ ਫ਼ਰਕ ਹੈਗਾ ਬਸ। ਤੇ ਬਾਕੀ ਹੋਰ ਇਸ ਤਰ੍ਹਾਂ ਫੋਰ ਐਗਜ਼ਾਮਪਲਸ ਕਿ ਡਿਡ ਯੂ ਅਟੈਂਡ ਦ ਕਲਾਸ, ਤੁਹਾਨੂੰ ਕੋਈ ਪੁੱਛ ਰਿਹਾ ਕਿ ਤੁਹਾਡੇ ਪੇਰੈਂਟਸ ਪੁੱਛ ਰਹੇ ਕਿ ਤੂੰ ਕੱਲ ਕਲਾਸ ਲਾਈ ਸੀ, ਜਾਂ ਡਿਡ ਹਾਂਜੀ ਯੂ ਅਟੈਂਡ ਦ ਕਲਾਸ ਯੈਸਟਰਡੇ, ਤੁਸੀਂ ਕਹੋਗੇ, ਉਹ ਤੁਹਾਨੂੰ ਇੰਝ ਵੀ ਪੁੱਛਦੇ ਆ ਕਿ ਕਲਾਸ ਲਗਾਈ ਗਈ ਸੀ ਤੇਰੇ ਦੁਆਰਾ, ਜਾਂ ਤੂੰ ਕਲਾਸ ਲਗਾਈ ਸੀ, ਐਸਾ ਉਹ ਵੀ ਪੁੱਛ ਸਕਦੇ ਆ ਕਿ ਵਾਸ ਦ ਕਲਾਸ ਅਟੈਂਡਡ, ਥਰਡ ਫਾਰਮ ਆ ਜਾਏਗੀ ਅਟੈਂਡਡ ਬਾਈ ਯੂ ਯੈਸਟਰਡੇ। ਹਾਂਜੀ ਜੇ ਉਹਨਾਂ ਨੇ ਇੰਝ ਪੁੱਛਣਾ ਹੋਵੇ, ਤੁਹਾਨੂੰ ਤੁਹਾਡਾ ਨਾਮ ਨਾ ਲੈਣਾ ਹੋਵੇ, ਉਹ ਪੁੱਛਣਗੇ ਸਿੱਧਾ ਕਿ ਵਾਸ ਦਾ ਕਲਾਸ ਅਟੈਂਡਡ ਯੈਸਟਰਡੇ, ਕਿ ਕੱਲ ਕਲਾਸ ਅਟੈਂਡ ਕੀਤੀ ਗਈ ਸੀ। ਉਹਨਾਂ ਨੇ ਤੁਹਾਡਾ ਨਾਮ ਨਹੀਂ ਲਿੱਤਾ ਕਿ ਤੁਸੀਂ ਤੁਹਾਡੀ ਗੱਲ ਨਹੀਂ ਕਰ ਰਹੇ, ਉਹ ਹੋ ਸਕਦਾ ਕਿਹਦੀ ਜਿਹਦੀ ਤੁਹਾਡੇ ਬ੍ਰਦਰ ਦੀ ਗੱਲ ਕਰਦੇ ਹੋਣ ਕਿ ਕਲਾਸ ਹਾਂਜੀ ਅਟੈਂਡ ਕੀਤੀ ਗਈ ਸੀ, ਠੀਕ ਹੈ। ਉਹ ਥੋੜਾ ਕੰਟਰੋਵਰਸੀ ਆ ਜਾਏਗੀ, ਪਤਾ ਨਹੀਂ ਕਿਹਦੀ ਗੱਲ ਕਰ ਰਹੇ ਆ, ਬਾਈ ਲਾਇਆ ਨਹੀਂ ਅੱਜ, ਠੀਕ ਹੈ। ਇਸ ਤਰ੍ਹਾਂ ਸੋ ਨੀਚੇ ਵੀ ਉਹੀ ਚੱਲਣਗੇ, ਸਟੂਡੈਂਟਸ ਨੇ ਕੰਮ ਕੰਪਲੀਟ ਕੀਤਾ ਸੀ, ਸਟੂਡੈਂਟਸ ਕੰਪਲੀਟਡ ਦਾ ਵਰਕ, ਡਿਡ ਦ ਸਟੂਡੈਂਟਸ ਕੰਪਲੀਟ ਦਾ ਵਰਕ, ਕਿਉਂਕਿ ਉਹਦੇ ਕੀ ਆ ਜਾਏਗਾ ਸਾਰੇ ਕਿਤੇ, ਹਾਂਜੀ ਕੀ ਸਟੂਡੈਂਟਸ ਨੇ ਕੰਮ ਕੀਤਾ ਸੀ, ਕੀ ਕੰਮ ਨੂੰ ਕੰਪਲੀਟ ਕੀਤਾ ਗਿਆ ਸੀ, ਕੀ ਸਟੂਡੈਂਟਸ ਦੁਆਰਾ ਕੰਮ ਨੂੰ ਕੰਪਲੀਟ ਕੀਤਾ ਗਿਆ ਸੀ, ਕੀ ਕੰਮ ਨੂੰ ਕੰਪਲੀਟ ਕੀਤਾ ਗਿਆ ਸੀ, ਬਾਕੀ ਸਾਰਿਆਂ ਨੇ ਕੀ ਲੱਗ ਗਿਆ, ਐਂਡ ਇੱਥੇ ਕੁਐਸਚਨ ਮਾਰਕ ਲੱਗੀ ਜਾਂਦੇ ਸਾਰਿਆਂ ਦੇ। ਸੋ ਸਿਮਿਲਰਲੀ ਅਸੀਂ ਸਾਰੇ ਦੇ ਲਿਖ ਦਾਂਗੇ ਆਨਸਰਸ। ਸੋ ਆ ਜਾਏਗਾ ਕਿ ਡਿਡ ਦ ਸਟੂਡੈਂਟਸ ਕੰਪਲੀਟ ਦ ਵਰਕ, ਫਿਰ ਇਹਦਾ ਪੈਸਿਵ ਬਣ ਜਾਏਗਾ ਵਾਸ ਦ ਵਰਕ ਕੰਪਲੀਟਡ ਬਾय ਸਟੂਡੈਂਟਸ, ਹਾਂਜੀ ਥਰਡ ਫॉर्म आ जाएगी कंप्लीटेड बाय द स्टूडेंट्स। ਅਦਰਵਾਈਜ਼ ਜੇ ਤੁਸੀਂ ਸਟੂਡੈਂਟਸ ਦੀ ਗੱਲ ਨਹੀਂ ਕਰਨੀ, ਤੁਸੀਂ ਤਾਂ ਕਹੋਗੇ ਕਿ ਕੰਮ ਕੰਪਲੀਟ ਕੀਤਾ ਗਿਆ ਸੀ, ਠੀਕ ਹੈ। ਜੋ ਮਤਲਬ ਇਹ ਤੁਸੀਂ ਇੰਨਾ ਲਿਖ ਦਿਓ ਕਿ ਕੰਮ ਕੰਪਲੀਟ ਕੀਤਾ ਗਿਆ ਸੀ, ਇੰਝ ਹੋ ਜਾਏਗਾ, ਠੀਕ ਹੈ। ਸੋ ਇਹ ਸੀ ਤੁਹਾਡਾ ਇੰਟੈਰੋਗੇਟਿਵ। ਐਂਡ ਲਾਸਟ ਥਿੰਗ ਸਾਡੀ ਬਚ ਗਈ ਆ, ਉਹ ਜਿਹੜੀ ਇਹਦੇ ਨਾਲ ਦੀ ਹੈ, ਉਹ ਹੋ ਗਈ ਹੈ ਇੰਟੈਰੋਗੇਟਿਵ ਪਲੱਸ ਨੈਗੇਟਿਵ, ਜਿਹਦੇ 'ਚ ਕੁਐਸਚਨ ਦੇ ਨੈਗੇਟਿਵ 'ਚ ਪੁੱਛਦੇ ਨੇ ਆਪਾਂ ਕਿ ਨਹੀਂ ਕੀਤਾ ਗਿਆ ਸੀ, ਜਦੋਂ ਆਪਾਂ ਨਹੀਂ ਹਾਂਜੀ ਲੈਣੇ ਆ, ਠੀਕ ਹੈ। ਥੋੜਾ ਜਿਹਾ ਕੰਟਰੋਵਰਸੀ ਕ੍ਰੀਏਟ ਕਰਦੇ ਆ, ਤਾਂ ਉਹ ਚੀਜ਼ਾਂ ਨੂੰ ਕਰਨੇ ਆ, ਠੀਕ ਹੈ। ਇਹ ਬਸ ਸਾਡਾ ਇੰਟੈਰੋਗੇਟਿਵ ਨੀਚੇ ਆ ਗਏ। ਹੁਣ ਆਪਾਂ ਲਾ ਲਗੇ ਲਾਸਟ ਚੀਜ਼ ਇੰਟੈਰੋਗੇਟਿਵ ਪਲੱਸ ਨੈਗੇਟਿਵ। ਸੋ ਇਹ ਹੈਗਾ ਕਿ ਮੇਰੇ ਸਿਸਟਰ ਨੇ ਕਾਰ ਨਹੀਂ ਚਲਾਈ ਸੀ, ਨਹੀਂ ਵਾਲੀ ਚੀਜ਼ ਆ ਗਈ ਇਹਦੇ 'ਚ, ਠੀਕ ਹੈ। ਹਾਂਜੀ ਨਹੀਂ ਵਾਲੀ ਚੀਜ਼ ਆ ਗਈ, ਜਦੋਂ ਮੈਂ ਥੋੜਾ ਹਾਈਲਾਈਟ ਕਰ ਦਿੰਦਾ, ਨਹੀਂ ਚਲਾਈ ਗਈ ਸੀ, ਇਸ ਤਰ੍ਹਾਂ ਦਾ ਆ ਗਿਆ, ਠੀਕ ਹੈ। ਸੋ ਡਿਡ, ਜਿੱਥੇ ਡਿਡ ਲੱਗਾ ਸੀ ਉੱਥੇ ਆਪਾਂ ਡਿਡੰਟ ਕੀਤਾ ਸੀ ਸਿੰਪਲੀ, ਹਾਂਜੀ ਡਿਡੰਟ ਮਾਈ ਸਿਸਟਰ ਡਰੋਪ ਦਾ ਕਾਰ। ਤੇ ਸਿਮਿਲਰਲੀ ਆਪਾਂ ਪੈਸਿਵ ਜਦੋਂ ਆਪਾਂ ਕ੍ਰੀਏਟ ਕਰਾਂਗੇ, ਡਿਡ ਦੀ ਜਗ੍ਹਾ ਮੈਂ ਕੀ ਕੀਤਾ, ਜਿੱਥੇ ਡਿਡ ਮਾਈ ਸਿਸਟਰ ਡਰੋਪ ਦਾ ਕਾਰ, ਇੱਕ ਸੈਕਿੰਡ ਹੈ ਥੋੜਾ ਗਲਤ ਸੀ, ਤੇ ਡਰਾਈਵ ਆਉਣਾ ਸੀ, ਕੋਈ ਫਸਟ ਫਾਰਮ ਹੋ ਗਈ ਡਿਡ ਲੱਗਾ ਤੇ ਡਰਾਈਵ ਆਉਣਾ ਸੀ। ਬਾਕੀ ਇੱਥੇ ਵੀ ਥੋੜਾ ਗਲਤ ਸੀ, ਇੱਥੇ ਵੀ ਡਰਾਈਵ ਆਉਣਾ ਸੀ, ਠੀਕ ਹੈ। ਪਿੱਛੇ ਤੁਹਾਡੇ ਸਾਰੇ ਠੀਕ ਨੇ, ਮੇਰੇ ਖਿਆਲ ਨਾਲ ਉੱਪਰ ਸ਼ਾਇਦ ਗਲਤੀ ਕਰ ਗਏ, ਉੱਥੇ ਵੀ ਡਰਾਈਵ ਹੀ ਆਉਣਾ ਸੀ ਕਿਉਂਕਿ ਡਿਡ ਲੱਗਾ ਸੀ ਨਾ, ਉਹ ਕਾਪੀ ਕੀਤੇ ਸੀ ਨਾ, ਫਿਰ ਪਤਾ ਨਹੀਂ ਲੱਗਦਾ। ਤਾਂ ਕਰਕੇ ਹੋ ਗਿਆ ਸੀ। ਚਲੋ ਠੀਕ ਹੈ, ਇਹ ਕਨਸੈਪਟ ਸਾਡਾ ਡਨ ਹੈ। ਹੁਣ ਉੱਪਰ ਦੇਖਦੇ ਹਾਂ ਕੋਈ ਰਹਿ ਤਾਂ ਨਹੀਂ ਗਈ ਗਲਤੀ ਸਾਡੀ, ਸੋ ਉੱਪਰ ਠੀਕ ਹੈਗਾ ਸਾਰਾ, ਠੀਕ ਹੈ। ਦੇਖੋ ਹੁਣ ਅਸੀਂ ਕੀ ਕਰਾਂਗੇ ਕਿ ਅਸੀਂ ਗੱਲ ਕਰ ਰਹੇ ਸੀ ਡਿਡ ਦੀ ਗੱਲ ਕਰ ਰਹੇ ਸੀ, ਡਿਡ ਜਿੱਥੇ ਲੱਗਾ ਸੀ ਡਿਡੰਟ ਕਰਾਂਗੇ। ਸਿਮਿਲਰਲੀ ਤੁਸੀਂ ਉਹੀ ਚੀਜ਼ ਨਾਲ ਬਣਾਉਣਾ ਵਾ ਕਿ ਡਿਡੰਟ ਇੱਥੇ ਸਪੋਜ਼ ਲੱਗਾ ਸੀ, ਡਿਡੰਟ ਮਾਈ ਸਿਸਟਰ ਡਰਾਈਵ ਦਾ ਕਾਰ, ਆਪਾਂ ਡਿਡੰਟ ਪਹਿਲਾਂ ਕੱਟਿਆ, ਪਹਿਲਾਂ ਤਾਂ ਸਿੰਪਲ ਬਣਾਈ, ਦੀ ਕਾਰ ਵਾਸ ਨੋਟ ਡਰਿਵਨ ਬਾਈ ਮੀ, ਵਾਜ਼ਨਟ ਡਰਿਵਨ ਬਾਈ ਮਾਈ ਸਿਸਟਰ। ਬਸ ਫਿਰ ਇੰਝ ਕਰਨਾ, ਵਾਜ਼ਨਟ ਉੱਧਰ ਲੈ ਜਾਣਾ, ਠੀਕ ਹੈ। ਵਾਜ਼ਨਟ ਦਾ ਕਾਰ ਡਰਿਵਨ ਬਾਈ ਮਾਈ ਸਿਸਟਰ, ਓਕੇ ਸਰ ਸਿੰਪਲ ਬਣਾ ਕੇ ਉਹਨੂੰ ਉਦੋਂ ਲੈ ਜਾਣਾ, ਮਤਲਬ ਇਹ ਸਿੰਪਲ 'ਚ ਆ ਗਿਆ, ਇਹ ਆ ਗਿਆ ਸਿੰਪਲ ਪੋਜ਼ੀਟਿਵ, ਤੇ ਬਾਕੀ ਥੱਲੇ ਬਣ ਗਿਆ ਸਿੰਪਲ ਪੋਜ਼ੀਟਿਵ, ਇੱਥੇ ਆ ਗਿਆ ਨਹੀਂ ਸਿੰਪਲ ਕਿ ਨੈਗੇਟਿਵ। ਐਕਟਿਵ ਚ ਡਿਡੰਟ ਲਾਤਾ, ਪੈਸਿਵ ਚ ਆਪਾਂ ਵਾਜ਼ ਨਾਟ ਲਾ ਦੇਣਾ ਵਾ। ਹਾਂਜੀ ਹਾਂਜੀ ਬਿਲਕੁਲ, ਸਿੰਪਲ ਹਾਂਜੀ ਠੀਕ ਨੈਗੇਟਿਵ ਇੰਟੈਰੋਗੇਟਿਵ, ਠੀਕ ਹੈ। ਸੋ ਇੱਥੇ ਹੋ ਗਿਆ ਹਾਂਜੀ ਫਿਰ ਕੰਮ ਖਤਮ।
ਬਾਕੀ ਇਹ ਸਾਰਾ ਹੈਗਾ, ਜਿੱਥੇ ਵਾ ਡਿਡ ਡਿਡ ਦੀ ਜਗ੍ਹਾ ਡਿਡੰਟ ਆ ਜਾਏਗਾ, ਵਾਸ ਦੀ ਜਗ੍ਹਾ ਵਾਜ਼ੰਟ ਆ ਜਾਏਗਾ, ਹਾਂਜੀ ਜੇ ਜ਼ਿਆਦਾ ਜਾਣੇ ਹੈਗੇ ਤਾਂ ਵਰੰਟ ਆ ਜਾਏਗਾ। ਹਾਂਜੀ। ਇੱਕ ਵਾਰੀ ਮੈਂ ਮਤਲਬ ਕਿ ਇੱਕ ਪੇਜ ਤੇ ਪ੍ਰੈਜੈਂਟ ਦੇ ਜਿਹੜਾ ਕੀਤਾ ਹੋਇਆ ਉਹਦੇ ਰੂਲਸ ਲਿਖ ਲਾਂਗੀ, ਉਹਦੇ ਨੈਕਸਟ ਹੀ ਮੈਂ ਪਾਸਟ ਦੇ ਵੇਖ ਵੇਖ ਕੇ ਲਿਖ ਲਾਂਗੀ, ਫਿਰ ਮੈਨੂੰ ਥੋੜਾ ਕਲੈਰੀਫਾਈ ਹੋ ਜਾਏਗਾ। ਹਾਂਜੀ। ਇੱਕ ਵਾਰੀ ਫਿਰ ਮੈਂ ਆਹ ਟੌਪਿਕ ਸੁਣ ਲਾਂਗੀ ਕੱਲ ਸਵੇਰੇ। ਸੋ ਜੇ ਅੱਗੇ ਬਸ ਬਾਈ ਚਾਂਸ ਤੇ ਕਲਾਸਿਸ ਜ਼ਿਆਦਾ ਹੁੰਦੀਆਂ, ਤੇ ਕਲਾਸਿਸ ਜ਼ਿਆਦਾ ਹੈਗੀਆਂ ਸੀ, ਵੀ ਕਲਾਸਿਸ ਤੇ ਨਹੀਂ ਕੀਤੀਆਂ ਗਈਆਂ ਸੀ, ਤੇ ਵਰ ਆ ਜਾਏਗਾ, ਕਿਉਂਕਿ ਵਰ ਹੈਗਾ ਨਾ ਤੇ ਕਲਾਸਿਸ ਜ਼ਿਆਦਾ ਹਾਂਜੀ ਹੈਗੀਆਂ। ਸੋ ਵਰਨ ਦਾ ਕਲਾਸਿਸ ਅਟੈਂਡਡ ਬਾਈ ਯੂ। ਪ੍ਰੈਜ਼ੈਂਟ ਦਾ ਡਨ ਹੈ, ਪਾਸਟ ਵੀ ਤੁਹਾਡਾ ਸਾਰਾ ਹੋ ਗਿਆ ਕੰਪਲੀਟ ਅੱਜ ਦਾ, ਠੀਕ ਹੈ। ਇਹ ਕੰਮ ਹੈਗਾ ਸੀ। ਇੱਕ ਥੋੜ੍ਹਾ ਜਿਹਾ ਕੰਸੈਪਟ ਹੋ ਰਹਿ ਗਿਆ, 2 ਮਿੰਟ ਦੀ ਗੱਲ ਹੈਗੀ ਆ ਇਹ 'ਚ ਨਾ। ਆਪਾਂ ਗੱਲ ਕਰਦੇ ਪਏ ਸੀ ਕਿ ਕੀਤਾ ਸੀ ਇੱਕ ਹੋਏਗਾ, ਤਾਂ ਸੀ ਤੇ ਸਨ, ਇਹ ਥੋੜ੍ਹਾ ਆਉਂਦਾ ਵਾ ਐਂਡ 'ਤੇ ਹੈ ਨਾ। ਕੀਤਾ ਸੀ, ਨਹਾਤਾ ਸੀ, ਗਾਇਆ ਸੀ, ਜਾਂ ਆਇਆ ਆ ਸੀ, ਇਹ ਸੀ ਆਉਂਦਾ ਐਂਡ 'ਤੇ, ਠੀਕ ਹੈ। ਪੰਜਾਬੀ ਦੇ ਇੰਝ ਨਿਕਲਦੀ ਹੈ, ਠੀਕ ਹੈ। ਮੈਂ ਤੁਹਾਨੂੰ ਲਿਖ ਦੇਣਾ, ਜਾਂ ਤਾਂ ਇੱਥੇ ਆਉਂਦੀ ਹੈ ਤਾਸੀ, ਠੀਕ ਹੈ, ਹਾਂਜੀ ਜਾਂ ਫਿਰ ਆਉਂਦਾ ਵਾ ਤੀਸੀ ਅਤੇ ਤੇਸੀ, ਥੋੜ੍ਹੀ ਇਹੋ ਜਿਹੀ ਪੰਜਾਬੀ ਦੀ ਐਂਡ 'ਤੇ ਲੱਗੀ ਹੁੰਦੀ ਹੈ। ਉੱਥੋਂ ਆਪਾਂ ਹਾਂਜੀ ਅੰਦਾਜ਼ਾ ਲਗਾ ਸਕਦੇ ਹਾਂ। ਜਾਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਆ ਸੀ, ਏ ਸੀ, ਜਿਵੇਂ ਗਾਇਆ ਸੀ, ਗਾਈ ਸੀ, ਗਾਇਆ ਆ ਸੀ ਜ਼ਿਆਦਾ ਲੱਗਾ ਹੁੰਦਾ, ਗਾਇਆ ਸੀ, ਹੈ ਨਾ। ਅਤੇ ਹਾਂਜੀ ਜਿਵੇਂ ਆਪਾਂ ਲੜਕੀ ਦੀ ਗੱਲ ਕਰਾਂ, ਉਹ ਵੀ ਕਹੇਗੀ ਕਿ ਗਾਇਆ ਸੀ, ਲੜਕੇ ਉਹਨੇ ਵੀ ਗਾਇਆ ਸੀ, ਲੜਕੀ ਜ਼ਿਆਦਾ ਜਾਣੇ ਉਹਨਾਂ ਨੇ ਵੀ ਗਾਇਆ ਸੀ। ਸੋ ਜਾਂ ਤਾਂ ਤੇ ਸੀ, ਜਾਂ ਆ ਸੀ। ਇਹਨਾਂ ਹਾਂ ਦੇ ਇਹਨਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਆਪਾਂ ਜਾਣ ਸਕਦੇ ਹਾਂ ਪੁਰਾਣੀ ਗੱਲ ਹੋ ਰਹੀ ਹੈ। ਇੱਕ ਤਾਂ ਸੀ ਤੋਂ ਪਤਾ ਲੱਗਦਾ ਪੁਰਾਣੀ ਗੱਲ ਹੈ, ਕਿਉਂਕਿ ਪੁਰਾਣੀ ਗੱਲ ਹਾਂ 'ਚ ਸੀ ਲੱਗਦਾ ਹੈ, ਨਵੀਂ 'ਚ ਹਾਂ ਅੱਜ ਦੀ ਗੱਲ 'ਚ ਹੈ ਲੱਗਦਾ ਹੈ ਜਾਂ ਹਨ, ਹਾਂਜੀ ਹੈ ਠੀਕ ਹੈ। ਬਾਕੀ ਇਹ ਤਾਂ ਸੀ, ਓਕੇ। ਜੇ ਤੇ ਇਸ ਤਰ੍ਹਾਂ ਦੀ ਗੱਲ ਆਵੇ, ਮੈਂ ਤੁਹਾਨੂੰ ਇੱਕ ਲਾਈਨ ਲਿਖ ਕੇ ਦਿੰਦਾ, ਕਿਤੇ ਆ ਗਈ ਹੈ ਕਿ ਮੇਰੇ ਸਿਸਟਰ ਨੇ ਕਾਰ ਚਲਾਈ ਸੀ, ਠੀਕ ਹੈ। ਇੱਕ ਤੇ ਆ ਗਿਆ। ਹਾਂਜੀ ਅੱਛਾ, ਜੇ ਤੇ ਇਸ ਤਰ੍ਹਾਂ ਦੀ ਗੱਲ ਆਵੇ ਤੇ ਹੈ, ਜੇ ਤੇ ਇਸ ਤਰ੍ਹਾਂ ਦੀ ਗੱਲ ਲਿਖੀ ਹੋਵੇ ਕਿ ਮੇਰੇ ਸਿਸਟਰ, ਮੇਰੀ ਆ ਜਾਏਗਾ, ਮੇਰੀ ਸਿਸਟਰ ਕਾਰ ਚਲਾਉਂਦੀ ਸੀ। ਫਰਕ ਹੈਗਾ ਜਿਹ 'ਚ। ਹਾਂਜੀ। ਇੱਥੇ ਦ ਆਇਆ, ਹਾਂ ਠੀਕ ਹੈ। ਦ ਸੋ ਮੀਨਸ ਹਾਂ ਕਿ ਪ੍ਰੈਜੈਂਟ ਦੀ ਗੱਲ ਹੋ ਹਾਂ ਰਹੀ। ਨਹੀਂ ਪ੍ਰੈਜ਼ੈਂਟ ਦੀ ਗੱਲ ਆ ਜਾਏਗੀ ਤਾਂ ਉੱਥੇ ਹੁੰਦੀ ਹੈ ਚਲਾਉਂਦੀ ਹੈ, ਉੱਥੇ ਹੈ ਲੱਗਾ ਹੋਣਾ ਸੀ। ਅੱਛਾ ਮਤਲਬ ਦਾ ਵੀ ਆ ਗਿਆ ਅਤੇ ਸੀ ਵੀ ਆ ਗਿਆ, ਦੋਵੇਂ ਆ ਗਏ। ਸੋ ਓਕੇ ਤੁਸੀਂ ਧਿਆਨ ਨਾਲ ਸੈਂਸ ਸਮਝੋ, ਸੈਂਸ ਕੀ ਹੈਗੀ ਹੈ ਕਿ ਮੇਰੀ ਸਿਸਟਰ ਨੇ ਕਾਰ ਚਲਾਈ ਸੀ। ਇਹ ਇੱਕ ਪਰਟੀਕੂਲਰ ਟਾਈਮ ਪੀਰੀਅਡ ਦੀ ਗੱਲ ਕੀਤੀ ਕਿ ਹਾਂ ਕੱਲ੍ਹ ਚਲਾਈ ਸੀ, ਜਾਂ ਪਰਸੋਂ ਚਲਾਈ ਸੀ, ਜਾਂ ਉਹਨੇ ਹਾਂਜੀ ਪਿਛਲੇ ਸਾਲ ਚਲਾਈ ਸੀ, ਜਾਂ ਉਹਨੇ 10 ਸਾਲ ਪਹਿਲਾਂ ਚਲਾਈ ਸੀ। ਮਤਲਬ ਇੱਕ ਟਾਈਮ ਦੀ ਗੱਲ ਕੀਤੀ, ਸਿਰਫ ਇੱਕੋ ਮੂਮੈਂਟ ਦੀ ਗੱਲ, ਹਾਂਜੀ ਠੀਕ ਹੈ। ਪਰ ਇੱਥੇ ਜਿਹੜੀ ਗੱਲ ਕਰ ਰਿਹਾ ਨਾ ਮੈਂ, ਇੱਥੇ ਮੈਂ ਲਿਖ ਦਿੰਦਾ ਕਿ ਇਹ ਹੈਗਾ ਸੀ ਕਿ ਸਿਰਫ ਵਨ ਪਰਟੀਕੂਲਰ ਮੂਮੈਂਟ ਇਨ ਦਾ ਪਾਸਟ। ਹਾਂਜੀ ਬੜਾ ਇੰਟਰਸਟਿੰਗ ਜਿਹਾ ਕੋਈ ਟੋਪਿਕ ਹੈਗਾ, ਅਤੇ ਇਹ ਥੋੜ੍ਹਾ ਧਿਆਨ ਨਾਲ ਵੇਖਣਾ ਕਿ ਇਹ ਮੋਮੈਂਟ ਹੈਗਾ ਸੀ ਇੱਕ ਪਾਸਟ। ਪਰ ਇੱਥੇ ਨੇ ਕੀ ਕਿਹਾ, ਕਾਰ ਚਲਾਉਂਦੀ ਸੀ, ਮਤਲਬ ਉਹਦੇ ਪਾਸਟ ਦਾ ਉਹ ਕੰਮ ਜਿਹਨੂੰ ਉਹ ਕਰਨ ਦੀ ਜਿਸ ਨੂੰ ਉਹ ਰੋਜ਼ ਕਰਦੀ ਸੀ। ਪਾਸਟ ਵਿੱਚ ਉਹ ਕੰਮ ਜਿਹੜਾ ਰੋਜ਼ ਕਰਦੀ ਸੀ, ਠੀਕ ਹੈ। ਹਾਂਜੀ ਜਿਵੇਂ ਆਪਾਂ ਕਹਿੰਦੇ ਨਾ ਕਿ ਰੋਜ਼ ਕਰਦਾ ਹਾਂ, ਮੈਂ ਰੋਜ਼ ਗਾਉਂਦਾ ਹਾਂ। ਜਿਵੇਂ ਕਹਾਂ ਮੈਂ ਹਾਂ ਰੋਜ਼ ਗਾਉਂਦਾ ਸੀ, ਮਤਲਬ ਪਾਸਟ ਦਾ ਉਹ ਕੰਮ ਜੋ ਤੁਸੀਂ, ਜਾਂ ਜੋ ਉਹ ਹਰ ਰੋਜ਼ ਕਰਦੀ ਸੀ, ਹਾਂ ਡੇਲੀ ਕਰਦੀ ਸੀ, ਠੀਕ ਹੈ। ਜਿਵੇਂ ਹਰ ਰੋਜ਼ ਨੂੰ ਤੁਹਾਨੂੰ ਪਤਾ ਡੇਲੀ ਕਹਿੰਦੇ ਹਾਂ, ਠੀਕ ਹੈ। ਹਾਂਜੀ ਅਤੇ ਜਾਂ ਉਸਨੂੰ ਕਰਨ ਦੀ ਕਰਨ ਦੀ ਆਦਤ ਸੀ, ਠੀਕ ਹਾਂਜੀ ਹੈ। ਸੋ ਮਤਲਬ ਇੱਥੇ ਗੱਲ ਆਪਾਂ ਕਰ ਰਹੇ ਹਾਂ, ਇੰਗਲਿਸ਼ ਲਿਖਾਂ 'ਤੇ ਇਹਨੂੰ ਗੱਲ ਕਰ ਰਹੇ ਹਾਂ ਕਿ ਪਾਸਟ ਦੀ ਡੇਲੀ ਐਕਟੀਵਿਟੀਜ਼ ਹਾਂਜੀ ਸਰ ਔਰ ਪਾਸਟ ਦੀ ਹੈਬਿਟ ਜਿਹੜੀ ਉਹਨੂੰ ਹੋ ਗਈ ਸੀ, ਹਾਂਜੀ ਠੀਕ ਹੈ। ਸੋ ਇਹ ਦਾ ਸੀ ਦੇ ਸੀ ਉਦੋਂ ਲੱਗਾ ਹੁੰਦਾ, ਯੈਸ ਸਰ। ਠੀਕ ਹੈ। ਹੁਣ ਇੱਥੇ ਆ ਗਿਆ ਦਾ ਸੀ। ਮੀਨਸ ਕਿ ਇਹਨਾਂ ਵਰਡਸ ਤੋਂ ਵੀ ਹੁਣ ਮੈਂ ਚੰਗੀ ਤਰ੍ਹਾਂ ਹਾਂ ਸਮਝ ਰਹੀ ਹਾਂ ਹਾਂ ਕਿ ਜਿਵੇਂ ਚਲਾਈ, ਹਾਂ ਚਲਾਈ ਠੀਕ ਹੈ। ਮਤਲਬ ਇੱਕ ਮੀਨਸ ਮੂਮੈਂਟ ਕਿ ਚਲਾਈ। ਇੱਕ, ਹਾਂ ਇੱਕ ਮੂਵਮੈਂਟ ਆ, ਇੱਕ ਵਰਡ ਆ ਹਾਂ ਚਲਾਈ,
ਚਲਾਉਂਦੀ ਮੀਨਸ ਕਿ ਜ਼ਿਆਦਾ ਵਾ ਇਹਨੂੰ ਇਹ ਰੋਜ਼ ਹੋ ਰਿਹਾ ਆ ਹਾਂ ਪਾਸਟ। ਚਲਾਉਂਦੀ ਸੀ, ਮਤਲਬ ਉਹਨੂੰ ਰੋਜ਼ ਦੀ ਆਦਤ ਕੀ ਚਲਾਉਣ ਦੀ, ਠੀਕ ਹੈ ਨਾ। ਹਾਂ ਇਸ ਤਰ੍ਹਾਂ ਹੀ ਤੁਸੀਂ ਜੇ ਤੁਸੀਂ ਕਹੋ ਬੜਾ ਫਰਕ ਨਿਕਲਦਾ। ਤੁਸੀਂ ਜੇ ਕਹੋਗੇ ਜੇ ਕੋਈ ਉੱਥੇ ਇੱਕ ਆਦਮੀ ਬੈਠਾ ਵਾ, ਠੀਕ ਹੈ, ਉੱਥੇ ਤੁਸੀਂ ਹਾਂਜੀ ਸਪੋਜ਼ ਕਰੋ ਕਿ ਆਪਣੇ ਹਸਬੈਂਡ ਵਾਈਫ ਬੈਠੇ ਆ ਤੇ ਹਸਬੈਂਡ ਨੇ ਕਿਹਾ ਕਿ ਮੈਂ ਇੱਥੇ ਸ਼ਰਾਬ ਪੀਤੀ ਸੀ, ਠੀਕ ਹੈ। ਤੇ ਜੇ ਉਹਨੇ ਇਹ ਕਹਿਤਾ ਜਾਂ ਉਹਨੇ ਇਹ ਕਹਿਤਾ ਕਿ ਮੈਂ ਸ਼ਰਾਬ ਪੀਂਦਾ ਸੀ, ਠੀਕ ਹਾਂਜੀ ਹੈ, ਤਾਂ ਬੜਾ ਫਰਕ ਹੈ। ਕਿ ਉਹਨੇ ਕਿਹਾ ਕਿ ਪਰ ਕਿਹਾ ਉਹਨੇ ਕਿ ਮੈਂ ਇੱਕ ਟਾਈਮ ਤੇ ਪੀਤੀ ਸੀ, ਮੇਰੇ ਸਾਰੇ ਹਾਂਜੀ ਯਾਰ ਦੋਸਤ ਇਕੱਠੇ ਹੋਏ ਤੇ ਮੈਂ ਪੀ ਲਈ ਸੀ, ਠੀਕ ਹੈ। ਤੇ ਇੱਥੇ ਉਹ ਕਹਿ ਰਿਹਾ ਕਿ ਪੀਂਦਾ ਸੀ, ਉਹਦਾ ਰੋਜ਼ ਦਾ ਕੰਮ ਆ ਗਿਆ ਕਿ ਰੋਜ਼ ਪੀਂਦਾ ਸੀ ਉਹ, ਹਾਂਜੀ ਠੀਕ ਹੈ। ਸੋ ਗੱਲ ਕਹਿਣ ਦਾ ਕਿੰਨਾ ਫਰਕ ਨਿਕਲ ਜਾਂਦਾ ਹੈ, ਇਸ ਨਾਲ ਕੰਟਰੋਵਰਸੀ ਕ੍ਰੀਏਟ ਹੁੰਦੀ। ਸੋ ਇਸ ਨੂੰ ਵੀ ਕਰਨ ਲਈ ਕੀ ਹੈ, ਇੱਕ ਰੂਲ ਹੈਗਾ। ਇਹਦੇ 'ਚ ਤਾਂ ਸਿੰਪਲ ਉਹੀ ਰੂਲ ਹੈਗਾ ਕਿ ਮੇਰੀ ਸਿਸਟਰ ਨੇ ਕਾਰ ਚਲਾਈ ਸੀ, ਉੱਥੇ ਆ ਜਾਏਗਾ ਮਾਈ ਸਿਸਟਰ ਡਰੋਪ ਦਾ ਕਰ, ਠੀਕ ਹੈ, ਜੋ ਆਪਾਂ ਹੁਣ ਤੱਕ ਕਰਕੇ ਆਏ ਹਾਂ ਉਹ ਸੇਮ ਇੱਥੇ ਆ ਗਿਆ। ਪਰ ਇਹਦੇ ਵਿੱਚ ਕੀ ਹੋਏਗਾ, ਜਦੋਂ ਇੱਥੇ ਆਏਗਾ ਨਾ, ਤੇ ਇਹਦਾ ਇੱਕ ਰੂਲ ਥੋੜ੍ਹਾ ਡਿਫਰੈਂਟ ਹੈਗਾ। ਉਹਦਾ ਰੂਲ ਯਾਦ ਰੱਖਣਾ, ਉਹਦਾ ਰੂਲ ਹੈਗਾ ਕਿ ਆਪਾਂ ਸਬਜੈਕਟ ਤੇ ਆ ਗਿਆ ਸਾਡਾ ਸੇਮ, ਤੇ ਉਹਦੇ ਤੋਂ ਬਾਅਦ ਆਪਾਂ ਇੱਥੇ ਯੂਜ਼ ਕਰਨਾ ਹੈ ਯੂਜ਼ਡ ਟੂ, ਠੀਕ ਹੈ। ਇੱਥੇ ਜਿਹੜਾ ਤੁਹਾਡਾ ਹੈਲਪਿੰਗ ਵਰਬ ਯੂਜ਼ ਟੂ ਆਏਗਾ, ਇੱਥੇ ਆਣਾ ਜੇ। ਉਸ ਤੋਂ ਬਾਅਦ ਤੁਹਾਡੀ ਆਣੀ ਆ ਫਸਟ ਵਰਬ, ਜੋ ਚ ਕੰਮ ਹੋ ਰਿਹਾ, ਠੀਕ ਹੈ। ਤੇ ਇਹਦੇ 'ਚ ਫੇਰ ਆਣਾ ਜੇ ਆਬਜੈਕਟ ਤੁਹਾਡਾ। ਇਹ ਰੂਲ ਤੁਹਾਡਾ ਥੋੜ੍ਹਾ ਜਿਹਾ ਚੇਂਜ ਹੈਗਾ ਤੇ ਇੰਝ ਚੱਲਦਾ। ਇਹਦੇ 'ਚ ਬੇਸਿਕਲੀ ਕੀ ਹੁੰਦਾ ਹੈ ਕਿ ਸਾਨੂੰ ਪਤਾ ਵੈ, ਇੱਕ ਹੁਣ ਤੁਸੀਂ ਧਿਆਨ ਨਾਲ ਸਮਝਣਾ, ਸਾਨੂੰ ਇੰਨਾ ਪਤਾ ਹੈ ਕਿ ਪਾਸਟ ਵਿੱਚ ਮੈਂ ਤੇ ਕਰਕੇ ਆਇਆ ਸੀ ਕਿ ਸੈਕਿੰਡ ਵਰਬ ਲਗਾਣੀ ਹੈ, ਮੈਂ ਤੁਹਾਨੂੰ ਸਮਝਾਇਆ ਸੀ। ਹਾਂਜੀ ਪਰ ਇੱਥੇ ਕੀ ਹੋਇਆ, ਤੇ ਯੂਜ਼ਡ ਇੱਕ ਸੈਕਿੰਡ 'ਚ ਹੀ ਗਾ ਨਾ, ਮਤਲਬ ਉਹ ਹਾਂ ਯੂਜ਼ਡ ਕੀ ਹੋ ਗਿਆ, ਉਹ ਆਪ ਸੈਕਿੰਡ ਬਣ ਗਿਆ ਤੇ ਉਹਨੇ ਅੱਗੇ ਜਿਹੜੀ ਹੈਗੀ ਆ ਉਹਨੇ ਫਸਟ ਆਣ ਦਿੱਤੀ, ਯੈਸ ਠੀਕ ਹੈ। ਆਹ ਚੀਜ਼ ਹੈਗੀ ਜੇ। ਸੋ ਇਹਦੇ 'ਚ ਉਹਨੇ ਕੀ ਕਰਨਾ ਹੈ, ਉਹਨੇ ਕੀ ਕਿਹਾ ਕਿ ਮੇਰੀ ਸਿਸਟਰ ਨੇ ਕਾਰ ਚਲਾਉਂਦੀ ਸੀ, ਸੋ ਮਾਈ ਸਿਸਟਰ, ਸਿਸਟਰ ਇੱਥੇ ਫਿਰ ਆਏਗਾ ਯੂਜ਼ਡ ਟੂ, ਸਿਸਟਰ ਠੀਕ ਹੈ। ਫਿਰ ਆਏਗਾ ਡਰਾਈਵ ਦਾ ਕਾਰ। ਹਾਂਜੀ ਸੋ ਇਹ ਹੁੰਦਾ ਜੀ ਯੂ, ਜਿੱਥੇ ਤੁਸੀਂ ਕਹਿੰਦੇ ਨਾ, ਤੁਸੀਂ ਨਾਰਮਲੀ ਸੁਣਿਆ ਵੀ ਹੈਗਾ, ਤੁਸੀਂ ਕਹਿੰਦੇ ਨਹੀਂ ਜੇ ਹਾਂਜੀ ਕੋਈ ਵੀ, ਯੂਜ਼ਡ ਟੂ ਆ ਕਿ ਹਾਂ ਆਪਾਂ ਕਿਸੇ ਵੇਲੇ ਕਹਿੰਦੇ ਨਹੀਂ ਯਾਰ ਮੈਂ ਤਾਂ ਯੂਜ਼ਡ ਟੂ ਆ ਹਾਂ ਯੂਜ਼ ਜਾਂ ਟੂ ਮੈਂ ਯੂਜ਼ ਹਾਂ ਹਾਂ ਯੂਜ਼ ਟੂ ਹੈਗੀ, ਆਪਾਂ ਯੂਜ਼ ਟੂ ਕਹਿੰਦੇ ਆ। ਪਰ ਇੱਥੇ ਆਪਾਂ ਕਹਾਂਗੇ ਯੂਜ਼ਡ ਟੂ ਹੈਗੀ ਸੀ, ਬੇਸਿਕਲੀ ਯੂਜ਼ ਟੂ ਜਦੋਂ ਆਪਾਂ ਕਹਿੰਦੇ ਨਾ ਕਿ ਯੂਜ਼ ਟੂ ਹੈਗਾ ਵਾ, ਤਾਂ ਉਹਦੇ 'ਚ ਆਪਾਂ ਇਹ ਲਗਾਉਂਦੇ ਆ ਯੂਜ਼ ਟੂ, ਉਹ ਤੇ ਯੂਜ਼ਡ ਨਹੀਂ ਲਗਾਉਂਦੇ। ਤੁਹਾਨੂੰ ਹਾਂ ਜੇ ਤੁਸੀਂ ਯੂਜ਼ਡ ਕਹੋਗੇ ਨਾ, ਮਤਲਬ ਪੁਰਾਣੀ ਗੱਲ ਹੋ ਗਈ, ਹਾਂਜੀ ਠੀਕ ਹਾਂਜੀ ਹੈ। ਜੇ ਤੁਸੀਂ ਯੂਜ਼ ਟੂ ਕਹੋਗੇ ਮਤਲਬ ਇਹ ਹੁਣ ਦੀ ਗੱਲ ਹੈ, ਹਾਂਜੀ ਠੀਕ ਹੈ। ਥੋੜ੍ਹਾ ਜਿਹਾ ਫਰਕ ਹੈਗਾ। ਸੋ ਐਸੇ ਕਰਕੇ ਯੂਜ਼ ਟੂ ਆਪਾਂ ਲਗਾਉਂਦੇ ਹਾਂ। ਮੀਨਸ ਕਿ ਜਿਵੇਂ ਆਰਗਿਊ ਹੀ ਹੁੰਦੇ ਆ, ਜਿਵੇਂ ਮੰਮਾ ਡਾਂਟ ਦੇਣ ਜਾਂ ਪਾਪਾ ਡਾਂਟ ਦੇਣ ਤੇ ਹਾਂ ਕੋਈ ਕੋਲੋਂ ਕਵੇ ਕਿ ਯਾਰ ਤੈਨੂੰ ਕਿੰਨਾ ਡਾਂਟਦੇ, ਤੇ ਉਹ ਫਿਰ ਆਪਾਂ ਕਹਿੰਦੇ ਨਹੀਂ ਮੈਂ ਯੂਜ਼ ਟੂ ਹਾਂ। ਹਾਂ ਹਾਂ ਹਾਂਜੀ ਬਿਲਕੁਲ। ਜਿਵੇਂ ਤੁਸੀਂ ਇਹਦੇ ਵਿੱਚ ਨਹੀਂ ਉਸ ਟੈਂਸ ਨਾ ਪਾਸ ਦਾ ਬਣੇਗਾ, ਜਿਵੇਂ ਤੁਸੀਂ ਕਹੋਗੇ ਕਿ ਮੇਰੇ ਮਦਰ ਮੈਨੂੰ ਡਾਂਟਦੇ ਸੀ, ਇੱਕ ਤੇ ਤੁਸੀਂ ਇਹ ਕਿਹਾ, ਠੀਕ ਹੈ। ਹਾਂਜੀ ਤੇ ਤੁਸੀਂ ਜੇ ਕਹੋਗੇ ਕਿ ਮੇਰੇ ਮਦਰ ਨੇ ਮੈਨੂੰ ਡਾਂਟਿਆ, ਡਾਂਟਿਆ ਠੀਕ ਹੈ, ਹਾਂਜੀ ਜਾਂ ਡਾਂਟਿਆ ਸਿਰਫ ਇੱਕ ਵਾਰ ਕਿਤੇ ਹਾਂ ਪਾਸਟ ਚ, ਹਾਂ ਡਾਂਟਦੇ ਮਤਲਬ ਕਿ ਪਾਸਟ ਚ ਡੇਲੀ ਚੀਜ਼ ਹੋ ਰਹੀ। ਡੇਲੀ ਹੋ ਰਹੀ ਹੈ, ਜਾਂ ਇੱਕ ਮਹੀਨੇ ਤੱਕ ਚੱਲਦੀ ਰਹੀ ਚੀਜ਼ ਪੂਰੀ, ਜਾਂ ਸਾਲ ਤੱਕ ਚੱਲਦੀ ਰਹੀ, ਠੀਕ ਹੈ। ਹਾਂਜੀ ਮਤਲਬ ਉਹ ਤੁਹਾਡਾ ਲੌਂਗ ਪੀਰੀਅਡ ਆ ਜਾਂਦਾ, ਠੀਕ ਹੈ। ਹਾਂਜੀ ਇੱਥੇ ਲਿਖਿਆ ਲਗਾ ਇਟ ਸ਼ੋਜ਼ ਲੌਂਗ ਟਰਮ। ਮੀਨਸ ਕਿ ਸਰ ਜਿਵੇਂ ਇਹ ਫਿਰ ਇੱਕ ਤੋਂ ਜ਼ਿਆਦਾ ਹੀ ਹੋਣੇ ਚਾਹੀਦੇ, ਦੋ ਵੀ ਹੋ ਸਕਦਾ, ਤਿੰਨ ਵੀ ਹੋ ਸਕਦੇ, ਮਹੀਨਾ ਵੀ ਹੋ ਸਕਦਾ ਏਦਾਂ। ਹਾਂ ਹਾਂ ਮਤਲਬ ਲੌਂਗ ਟਰਮ ਤੇ ਜਿੰਨਾ ਮਰਜ਼ੀ, ਭਾਵੇਂ ਕੋਈ ਸਾਰੀ ਉਮਰ ਲਾ ਲਓ ਕਿ ਮੇਰੇ ਮਦਰ ਮੈਨੂੰ ਡਾਂਟਦੇ ਸੀ, ਮਤਲਬ ਸਾਰੀ ਉਮਰ ਹੀ ਡਾਂਟਦੇ ਰਹੇ ਹੋ, ਠੀਕ ਹੈ। ਉਹ ਤਾਂ ਕੁਝ ਵੀ ਹੋ ਠੀਕ ਸਕਦਾ। ਜੇ ਤੁਸੀਂ ਇੱਥੇ ਇੱਕ ਪਰਟੀਕੂਲਰਲੀ ਕਹੋ ਕਿ ਮੇਰੇ ਮੰਮਾ ਮੈਨੂੰ ਰੋਜ਼ ਡਾਂਟਦੇ ਸੀ, ਤੁਸੀਂ ਡੇਲੀ ਵਰਡ ਪਾ ਦੋਗੇ ਕਿ ਮੇਰੇ ਮਦਰ ਮੈਨੂੰ ਰੋਜ਼ ਦਾ ਆਪਾਂ ਡੇਲੀ ਵਰਡ ਪਾ ਦਾਂਗੇ। ਹਾਂਜੀ ਜੇ ਤੁਸੀਂ ਕਹੋਗੇ ਕਿ ਮੇਰੇ ਮਦਰ ਮੈਨੂੰ ਇੰਡੀਆ 'ਚ ਡਾਂਟਦੇ ਸੀ ਜਦੋਂ ਮੈਂ ਇੰਡੀਆ ਹੁੰਦੀ ਸੀ, ਤੁਸੀਂ ਕਹੋਗੇ ਮੇਰੇ ਮਦਰ ਫਿਰ ਉਹ ਆ ਜਾਏਗਾ ਨਾ ਇਵਨ ਆਈ ਵਾਜ਼ ਇਨ ਇੰਡੀਆ, ਤੁਸੀਂ ਉਹ ਅੱਗੇ ਲਗਾ ਦੋਗੇ ਕਿ ਕੰਮ ਕਿਵੇਂ ਹੁੰਦਾ ਸੀ, ਉਹ ਲਗਾ ਦੋਗੇ ਅੱਗੇ, ਠੀਕ ਹੈ। ਹਾਂਜੀ ਸਰ ਸੋ ਉਹ ਸਿਚੁਏਸ਼ਨ ਅੱਗੇ ਚੇਂਜ ਹੁੰਦੀ ਰਹਿੰਦੀ ਹੈ, ਉਹ ਡਿਪੈਂਡ ਕਰਦਾ ਕਿ ਬੋਲਣ ਦਾ ਤਰੀਕਾ ਕੀ ਹੈ। ਤੋ ਡਾਂਟਿਆ ਸੀ ਮਤਲਬ ਇਹ ਸ਼ੋ ਕਰਦਾ ਇਟ ਸ਼ੋਜ਼ ਵਨ ਐਂਡ ਓਨਲੀ ਵਨ ਪਰਟੀਕੂਲਰ ਮੂਮੈਂਟ, ਹਾਂਜੀ ਕਿ ਸਿਰਫ ਇੱਕ ਮੂਮੈਂਟ 'ਤੇ ਜੋ ਕੰਮ ਹੋਇਆ ਸੀ। ਅਗੇਨ ਤੁਸੀਂ ਮੇਰੀ ਇਹ ਸਾਰੀ ਵੀਡੀਓ ਦੁਬਾਰਾ ਲਿਸਨ ਕਰ ਲੈਣਾ, ਯੂ ਵਿਲ ਗੈਟ ਟੂ ਨੋ ਅਗੇਨ, ਕਿ ਦੁਬਾਰਾ ਸਮਝ ਲੈਣਾ ਕਿ ਮੈਂ ਕੀ ਕਿਹਾ ਸੀ ਤੁਹਾਨੂੰ। ਯਸ ਤੇ ਇਹਦੇ ਵਿੱਚ ਕੀ ਆ ਗਿਆ, ਮੇਰੇ ਮਦਰ ਮੈਨੂੰ ਡਾਂਟਦੇ ਸੀ, ਤੇ ਉੱਥੇ ਆਏਗਾ ਮਾਈ ਮਦਰ, ਠੀਕ ਹੈ। ਡਾਂਟਦੇ ਸੀ ਮਤਲਬ ਰੋਜ਼ ਦਾ ਕੰਮ ਸੀ, ਉੱਥੇ ਆ ਜਾਏਗਾ ਮਾਈ ਮਦਰ ਯੂਜ਼ਡ ਟੂ ਡਾਂਟਣ ਨੂੰ ਕਹਿੰਦੇ ਆ ਸਕੋਲਡ ਕਰਨਾ, ਸਕੋਲਡ ਮੀ, ਠੀਕ ਹੈ। ਸੋ ਮਾਈ ਹਾਂਜੀ ਮਦਰ ਯੂਜ਼ ਟੂ ਸਕੋਲਡ ਮੀ, ਇੱਥੇ ਆਏਗਾ। ਜੇ ਇੱਥੇ ਕਹਿਣਾ ਹੋਵੇ ਕਿ ਹਾਂਜੀ ਮੈਂ ਡਾਂਟਿਆ ਸੀ, ਸੋ ਇੱਥੇ ਮਾਈ ਮਦਰ ਆਏਗਾ, ਤੇ ਇੱਕੋ ਵਰਬ ਹੋ ਗਈ, ਇੱਕੋ ਹੀ ਡਾਂਟਿਆ ਸੀ, ਸੋ ਮਤਲਬ ਸੈਕਿੰਡ ਫॉर्म ਵਰਬ ਮਾਈ ਮਦਰ ਸਕੋਲਡਡ ਮੀ। ਸੋ ਯਸ ਇਹ ਹੈਗਾ ਜੀ ਫਰਕ, ਠੀਕ ਹੈ। ਓਕੇ ਸਰ ਓਕੇ, ਜੇ ਤੁਸੀਂ ਇੱਥੇ ਹੁਣ ਇਹ ਤੇ ਆ ਗਿਆ ਤੁਹਾਡਾ, ਅੱਛਾ ਇਹ 'ਚ ਵੀ ਪੋਜ਼ਿਟਿਵ ਨੈਗੇਟਿਵ ਹੁੰਦੇ ਜੇ। ਮੇਰੀ ਸਿਸਟਰ ਦੇ ਕਾਰ ਚਲਾਉਂਦੀ ਸੀ, ਅੱਛਾ ਹੁਣ ਇਹਦੇ 'ਚ ਮੈਂ ਨੈਗੇਟਿਵ ਲਿਆਵਾਂ, ਨੈਗੇਟਿਵ ਫੋਮ ਕਿ ਮੈਂ ਕੀ ਕਿਹਾ, ਮੇਰੀ ਸਿਸਟਰ ਕਾਰ ਨਹੀਂ ਚਲਾਉਂਦੀ ਸੀ, ਮਤਲਬ ਚਲਾਉਣ ਦੀ ਆਦਤ ਨਹੀਂ ਸੀਗੀ, ਠੀਕ ਹੈ, ਹਾਂਜੀ ਨਹੀਂ ਚਲਾਉਂਦੀ ਸੀ। ਮਤਲਬ ਤੁਸੀਂ ਕਿਹਾ
ਜੇ ਤੁਸੀਂ ਇੰਜ ਸੈਂਟੈਂਸ ਬੋਲਦੇ ਨਾ ਕਿ ਮੇਰੀ ਸਿਸਟਰ ਪਹਿਲਾਂ ਕਾਰ ਨਹੀਂ ਸੀ ਚਲਾਉਂਦੀ ਹੁਣ ਚਲਾਉਂਦੀ ਹੈ, ਠੀਕ ਹੈ, ਹਾਂਜੀ ਤੇ ਉਹ ਸੈਂਟੈਂਸ ਨੂੰ ਬੋਲਣ ਯੂਜ਼ ਹੁੰਦਾ ਹੈ। ਸੋ ਤੇ ਆਏਗਾ ਮਾਈ ਸਿਸਟਰ, ਤੇ ਇੱਥੇ ਕਿਉਂਕਿ ਪੁਰਾਣੀ ਗੱਲ ਹੈ ਤੇ ਇੱਥੇ ਫਿਰ ਨਾਵਾਚਕ ਲਈ ਆਪਾਂ ਡਿਡ ਲੈ ਕਹਿੰਦੇ ਆ। ਸੋ ਮਾਈ ਹਾਂਜੀ ਸਿਸਟਰ ਡਿਡੰਟ, ਤੇ ਅੱਗੇ ਯੂਜ਼ ਟੂ ਆਣਾ ਹੀ ਆਣਾ ਵਾ, ਯੂਜ਼ ਟੂ ਡਰਾਈਵ ਦਾ ਕਾਰ, ਠੀਕ ਹੈ। ਇੱਕ ਤੇ ਤੁਸੀਂ ਧਿਆਨ ਦਿੱਤਾ ਕਿ ਧਿਆਨ ਦੇਣਾ ਤੇ ਕਿ ਡਰਾਈਵ ਮੈਂ ਲੈ ਗਿਆ ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਪੁਰਾਣੀ, ਠੀਕ ਹੈ, ਡਿਡ ਲਾਇਆ ਆਪਾਂ। ਦੂਜੀ ਗੱਲ ਹੈਗੀ ਹੈ ਕਿ ਤੁਹਾਨੂੰ ਡਿਡ ਦੇ ਨਾਲ ਯੂਜ਼ ਟੂ ਵੀ ਡੀ ਕੱਢਣਾ ਪਏਗਾ, ਤੁਹਾਨੂੰ ਯੂਜ਼ ਟੂ ਲੈਣਾ ਪਏਗਾ, ਠੀਕ ਹੈ। ਇਹਨੇ ਵੀ ਚੇਂਜ ਹੋਣਾ, ਮਤਲਬ ਉਹਨੇ ਡਿਡ ਨੇ ਅੱਗੇ ਕਿਸੇ ਨੂੰ ਵੀ ਸੈਕਿੰਡ ਫਾਰਮ ਲੈਣ ਹੀ ਨਹੀਂ ਦੇਣੀ, ਉਹਨੇ ਡਿਡ ਨੇ ਆਪਣੇ ਆਪ ਹੀ ਸੈਕਿੰਡ ਫਾਰਮ ਲੈ ਗਿਆ ਸਾਰੀ, ਓਕੇ ਸਰ। ਠੀਕ ਹੈ। ਸੋ ਇਹ ਫਰਕ ਹੈਗਾ ਜੀ ਹਾਂਜੀ ਜਦੋਂ ਆਪਾਂ ਨੈਗੇਟਿਵ 'ਚ ਬਣਾਉਣਾ। ਹਾਂਜੀ ਦੈਟਸ ਇਟ। ਸੋ ਮੈਂ ਸ਼ਰਾਬ ਪੀਤੀ ਸੀ ਤੇ ਆ ਜਾਏਗਾ ਕਿ ਆਈ ਡਰਿੰਕ ਡਰੈਂਕ ਡਰੰਕ। ਸੋ ਆਈ ਡਰੈਂਕ ਲਿਕੁਅਰ, ਲਿਕੁਅਰ ਸ਼ਰਾਬ ਨੂੰ ਕਹਿ ਸਕਦੇ ਹਾਂ, ਵਿਸਕੀ ਕਹਿ ਸਕਦੇ ਹਾਂ, ਠੀਕ ਹੈ। ਆਈ ਡਰੈਂਕ ਹਾਂਜੀ ਦ ਲਿਕੁਅਰ, ਤੇ ਜਦੋਂ ਮੈਂ ਕਹਿਣਾ ਕਿ ਪੀਂਦਾ ਸੀ ਤਾਂ ਕਹੇਗਾ ਆਈ ਯੂਜ਼ ਟੂ ਡਰੈਂਕ, ਆਈ ਯੂਜ਼ ਟੂ ਡਰਿੰਕ ਦ ਲਿਕੁਅਰ, ਕਿਉਂਕਿ ਯੂਜ਼ ਟੂ ਨੇ ਅੱਗੇ ਉਹਨੂੰ ਡਰਿੰਕ ਆਉਣ ਦਿੱਤਾ, ਡਰੈਂਕ ਨਹੀਂ ਆਉਣ ਦਿੱਤਾ, ਹਾਂਜੀ ਠੀਕ ਹੈ। ਜੇ ਤੁਸੀਂ ਇੱਥੇ ਕਹਿਣਾ ਯਾ ਹੋਵੇ ਕਿ ਮੈਂ ਸ਼ਰਾਬ ਨਹੀਂ ਪੀਂਦਾ ਸੀ, ਮੈਨੂੰ ਆਦਤ ਨਹੀਂ ਸੀ ਪੀਣ ਦੀ, ਠੀਕ ਹੈ, ਨਹੀਂ, ਜਾਂ ਇੱਥੇ ਤੁਸੀਂ ਲਾਈਨ ਵੱਡੀ ਬਣਾਉਣਾ ਕਿ ਮੈਂ ਸ਼ਰਾਬ ਪਹਿਲਾਂ, ਜਾਂ ਮੈਂ ਸ਼ਰਾਬ ਨਹੀਂ ਪੀਂਦਾ ਸੀ ਬਟ ਹਾਂਜੀ ਹੁਣ ਹੁਣ ਮੈਨੂੰ, ਹੁਣ ਮੈਂ ਰੋਜ਼ ਪੀਂਦਾ ਹਾਂ, ਠੀਕ ਹੈ, ਹੁਣ ਮੈਂ ਹਾਂਜੀ ਇਸ ਨੂੰ ਜਾਂ ਇਸ ਨੂੰ ਪੀਂਦਾ ਹਾਂ, ਤੁਸੀਂ ਇਹ ਕਿਹਾ ਤਾਂ, ਹਾਂਜੀ ਠੀਕ ਹੈ। ਤੋ ਇਹ ਗੱਲ ਕਿਵੇਂ ਬਣਾਇਆ ਗਏ ਕਿ ਆਈ ਡਿਡ ਨੋਟ, ਕਿਉਂਕਿ ਪੁਰਾਣੀ ਗੱਲ ਹੈਗੀ ਮੈਂ ਨਹੀਂ ਕੀਤਾ ਸੀ, ਆਈ ਡਿਡ ਨੋਟ ਯੂਜ਼ ਟੂ ਡਰਿੰਕ ਦ ਐਲਕੋਹਲ ਜਾਂ ਲਿਕੁਅਰ, ਜੋ ਮਰਜ਼ੀ ਬੋਲ ਦੋ, ਠੀਕ ਹੈ, ਹਾਂਜੀ ਬਟ ਹੁਣ ਮੈਂ ਪੀਂਦਾ ਵਾਂ, ਤੇ ਇਹ ਗੱਲ ਕੀ ਆ ਗਿਆ, ਪੀਂਦਾ ਹਾਂ, ਮਤਲਬ ਮੇਰੇ ਰੋਜ਼ ਦਾ ਕੰਮ ਹੈਗਾ। ਸੋ ਨਾਓ ਆਏ ਪੀਂਦਾ ਹਾਂ, ਮੈਂ ਪੀਂਦਾ ਹਾਂ, ਆਈ ਆ ਗਿਆ ਸਬਜੈਕਟ, ਪੀਣਾ ਆ ਗਿਆ ਡਰਿੰਕ, ਆਈ ਡਰਿੰਕ ਇਹਨੂੰ, ਆਈ ਡਰਿੰਕ ਇਟ, ਬਸ ਖਤਮ। ਬਟ ਨਾਓ, ਹੁਣ ਆਪਾਂ ਕਹਿ ਦਾਂਗੇ ਹੁਣ ਨਾਓ, ਬਟ ਨਾਓ ਆਈ ਡਰਿੰਕ ਇਟ, ਠੀਕ ਹੈ। ਹਾਂਜੀ ਮਤਲਬ ਇਹ ਜਿਹੜਾ ਸੈਂਟੈਂਸ ਹੈਗਾ ਸੀ ਨਾ, ਇਹ ਤੁਹਾਡਾ ਕੀ ਹੈਗਾ ਸੀ, ਧਿਆਨ ਦੇਣਾ, ਇਹ ਸੈਂਟੈਂਸ ਹੈਗਾ ਸੀ ਜਿਸ 'ਚ ਪਾਸਟ ਦੀ ਗੱਲ ਵੀ ਕੀਤੀ ਹੈ ਤੇ ਪ੍ਰੈਜ਼ੈਂਟ ਦੀ ਗੱਲ ਵੀ ਕੀਤੀ ਹੈ, ਹਾਂਜੀ ਇਹ ਐਂਡ ਮਿਕਸ, ਤੇ ਪ੍ਰੈਜ਼ੈਂਟ। ਹਾਂ। ਸੋ ਇਹ ਹੈਗਾ ਜੀ ਮਿਕਸਚਰ ਆਫ ਪਾਸਟ ਐਂਡ ਪ੍ਰੈਜ਼ੈਂਟ ਸਿਚੁਏਸ਼ਨ, ਦੋਨੋਂ ਸਿਚੁਏਸ਼ਨ ਦੀ ਤੁਹਾਨੂੰ ਗੱਲ ਕਰ ਦਿੱਤੀ ਉਹਦੇ। ਸੋ ਤੁਹਾਨੂੰ ਹਾਂਜੀ ਮੈਂ ਜਿਹੜਾ ਸੈਂਟੈਂਸਸ ਦੇ ਰਿਹਾ ਨਾ, ਇਹ ਤੁਸੀਂ ਮਤਲਬ ਤੁਸੀਂ ਕਹਿ ਲਓ ਕਿ ਅੱਗੇ ਜਾ ਕੇ ਤੁਹਾਡਾ ਕੰਮ, ਤੁਹਾਡਾ ਜਿਵੇਂ ਜਿੰਨਾ ਕੁ ਹੁਣ ਦਿਮਾਗ ਲੱਗਦਾ ਨਾ, ਉਹ 2-3 ਹਾਂਜੀ ਗੁਣਾ ਜ਼ਿਆਦਾ ਤੁਹਾਡਾ ਦਿਮਾਗ ਲੱਗਣਾ ਹੈ। ਜਦੋਂ ਮੈਂ ਤੁਹਾਨੂੰ ਸੈਂਟੈਂਸ ਹਾਲੇ ਔਖੇ ਦਿੱਤੇ ਹੀ ਨਹੀਂ ਹੈ, ਤਾਂ ਮੈਂ ਟਫ ਪਾਣੇ ਆ, ਆਪਾਂ ਪੂਰੇ ਪੈਰੇ ਕਰਾਈ ਦੇ ਹੁੰਦੇ ਟਰਾਂਸਲੇਟ, ਤੇ ਉਹਦੇ 'ਚ ਕੀ ਹੁੰਦਾ ਹੈ ਕਿ ਮੈਂ ਤੁਹਾਨੂੰ ਸਾਰੇ, ਜਦੋਂ ਮੈਂ ਪ੍ਰੈਜ਼ੈਂਟ ਪਾਸਟ ਫਿਊਚਰ ਕਰਾਤਾ ਇੰਡੈਫੀਨੇਟ, ਫਿਰ ਤੁਹਾਨੂੰ ਮੈਂ ਐਸੇ ਸੈਂਟੈਂਸਿਸ ਪਾਣੇ ਜਿਨ੍ਹਾਂ 'ਚ ਤਿੰਨਾਂ ਨੂੰ ਮਿਕਸ ਕਰਕੇ ਪਾ ਦੇਣਾ ਤੁਹਾਨੂੰ। ਫਿਰ ਤੁਸੀਂ ਸਿਚੁਏਸ਼ਨ ਦੇਖਣੀ ਪੈਣੀ ਤੁਹਾਨੂੰ ਕਿ ਪੰਜਾਬੀ 'ਚ ਪਾਸਟ ਦੀ ਗੱਲ ਹੋ ਰਹੀ, ਪ੍ਰੈਜ਼ੈਂਟ ਦੀ ਗੱਲ ਹੋ ਰਹੀ, ਕਿ ਔਰ ਫਿਊਚਰ ਦੀ ਗੱਲ ਹੋ ਰਹੀ ਹੈ, ਠੀਕ ਹੈ। ਤੇ ਉਸ ਤੋਂ ਠੀਕ ਹੈ ਇਲਾਵਾ ਤੁਹਾਨੂੰ ਇਹ ਦੇਖਣਾ ਪਏਗਾ ਕਿ ਜਿਹੜੀ ਗੱਲ ਹੋ ਰਹੀ ਹੈ ਉਹ ਤੇ ਹੋ ਰਹੀ ਹੈ, ਪਰ ਉਹ ਗੱਲ ਕੀ ਪੈਸਿਵ 'ਚ ਹੋ ਰਹੀ ਕਿ ਐਕਟਿਵ 'ਚ ਹੋ ਰਹੀ ਹੈ, ਠੀਕ ਹੈ। ਹਾਂਜੀ ਫਿਰ ਤੁਹਾਨੂੰ ਸਾਰੇ ਸੈਂਟੈਂਸ ਤੁਹਾਨੂੰ ਮਿਕਸਚਰ ਕਰਨਾ ਪਏਗਾ, ਤੇ ਜੋ ਤੁਸੀਂ ਉਹ ਸਿੱਖ ਗਏ, ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਕੰਟੀਨਿਊਸ ਟੈਂਸ ਲੈ ਕੇ ਜਾਣਾ, ਉਸ ਤੋਂ ਬਾਅਦ ਫਿਰ ਕੰਟੀਨਿਊਸ ਟੈਂਸ ਆਏਗਾ। ਇਸ ਕਰਕੇ ਤੁਹਾਨੂੰ ਮੈਂ ਪਹਿਲੇ ਕਿਹਾ ਕਿ ਜੇ ਤੁਹਾਡੀ ਸਪੀਡ ਜ਼ਿਆਦਾ ਤੇਜ਼ ਹੁੰਦੀ ਮੈਂ ਕਰਾ ਦਿੰਦਾ, ਬਟ ਤੁਸੀਂ ਆਰਾਮ ਨਾਲ ਸਮਝ ਰਹੇ ਹੋ, ਕੋਈ ਗੱਲ ਨਹੀਂ, ਟਾਈਮ ਥੋੜ੍ਹਾ ਜ਼ਿਆਦਾ ਲੱਗ ਜਾਏ ਪਰ ਸਮਝਣਾ ਚੰਗੀ ਤਰ੍ਹਾਂ ਪੈਂਦਾ ਸਾਨੂੰ, ਹਾਂਜੀ ਸਰ ਠੀਕ ਹੈ। ਸੋ ਇਹ ਤੁਹਾਡਾ ਬਣ ਗਿਆ ਜੇ ਪ੍ਰੈਜ਼ੈਂਟ ਮਿਕਸ ਆ ਗਿਆ। ਸੋ ਇਹ ਹੁੰਦਾ ਸੀ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ। ਸੋ ਮਾਈ ਮਦਰ ਯੂਜ਼ ਟੂ ਸਕੋਲਡ ਮੀ, ਜਿਹੜੇ ਮਦਰ ਨਹੀਂ ਕਰਦੇ ਸੀ, ਮਾਈ ਮਦਰ ਡਿਡੰਟ ਯੂਜ਼ ਟੂ ਸਕੋਲਡ ਮੀ, ਜੇ ਨਹੀਂ ਕਰਦੇ ਸੀ ਡਿਡੰਟ। ਹਾਂਜੀ ਅੱਛਾ, ਜੇ ਕਹਿਣਾ ਹੋਵੇ ਕੀ ਮੇਰੇ ਮਦਰ ਮੈਨੂੰ ਰੋਜ਼ ਡਾਂਟਦੀ ਸੀ, ਕੀ ਜੇ ਆ ਗਿਆ, ਤਾਂ ਤੁਸੀਂ ਇੱਥੇ ਲੈਣਾ ਡਿਡ ਮਾਈ ਮਦਰ ਯੂਜ਼ ਟੂ ਸਕੋਲਡ ਮੀ, ਕਿਉਂਕਿ ਹਾਂਜੀ ਡਿਡ ਤੋਂ ਸ਼ੁਰੂ ਕਰਨਾ ਪੈਣਾ ਤੁਹਾਨੂੰ। ਹਾਲਾਂਕਿ ਇਹੋ ਜਿਹੇ ਸੈਂਟੈਂਸਿਸ ਕਾਫੀ ਘੱਟ ਬੋਲੇ ਜਾਂਦੇ ਨੇ, ਪਰ ਨੌਲੇਜ ਹੋਣੀ ਚਾਹੀਦੀ ਹੈ। ਫਿਰ ਇੱਥੇ ਕਹਿਣਾ ਹੋਵੇ ਕਿ ਨਾ, ਕੁਐਸਚਨ ਪੁੱਛ ਕੇ ਨਾ, ਕੀ ਮੇਰੇ ਮਦਰ ਮੈਨੂੰ ਰੋਜ਼ ਨਹੀਂ ਸੀ ਡਾਂਟਦੇ, ਠੀਕ ਹੈ। ਸੋ ਡਿਡ ਦੀ ਜਗ੍ਹਾ ਡਿਡਨ ਲਾ ਦਿਓ, ਡਿਡਨ ਮਾਈ ਮਦਰ ਯੂਜ਼ ਟੂ ਸਕੋਲਡ ਮੀ, ਹਾਂਜੀ ਓਕੇ, ਠੀਕ ਹੈ, ਡਨ ਹੋ ਗਿਆ। ਇਹ ਤੁਹਾਡੇ 4 ਤਰੀਕੇ ਤੇ ਆ ਸਕਦੇ ਨੇ। ਯੈਸ ਓਕੇ, ਸੋ ਮੈਂ ਸਾਰਾ ਕੁਝ ਤੁਹਾਨੂੰ PDF ਸੈਂਡ ਕਰ ਰਿਹਾ, ਠੀਕ ਹੈ, ਕਰਕੇ ਹਾਂਜੀ ਸਰ PDF, and I am also going to upload this video session on YouTube in a private link. So I will post my private link on the Skype, ਤੁਸੀਂ ਉੱਥੇ ਐਕਸੈਸ ਕਰ ਲੈਣਾ, ਠੀਕ ਹੈ, ਐਂਡ ਤੁਸੀਂ ਇਹਨੂੰ ਦੁਬਾਰਾ ਦੇਖ ਸਕਦੇ ਹੋ ਜਦੋਂ ਤੁਹਾਨੂੰ ਵੀ ਲੋੜ ਪਵੇ ਦੇਖਣ ਦੀ, ਹਾਂਜੀ ਸਰ ਠੀਕ ਠੀਕ ਹੈ ਸਰਵੀਨ, ਠੀਕ ਹੈ। ਹਾਂਜੀ ਐਂਡ ਹਾਂਜੀ ਹਾਂਜੀ ਸਰ ਇਹਨਾਂ ਦੇ ਮੈਂ ਥੋੜੀ ਐਕਸੈਸ ਪਾਸ ਵੀ ਸੈਂਡ ਕਰ ਦੇਣਾ ਹੋਣਾ, ਠੀਕ ਹੈ, ਉਹ ਵੀ ਤੁਸੀਂ ਕਰਨਾ, ਹਾਂਜੀ ਠੀਕ ਆ ਸਰ ਠੀਕ ਹੈ। ਓਕੇ ਸਰਵੀਨ, ਮਿਲਦੇ ਹਾਂ ਕੱਲ, ਠੀਕ ਹੈ, ਓਕੇ, ਬਾਏ, ਹਾਂਜੀ ਗੁੱਡ ਨਾਈਟ, ਥੈਂਕ ਯੂ ਸਰ ਗੁੱਡ ਵੈਲਕਮ, ਨਾਈਟ ਵੈਲਕਮ, ਬਾਏ ਬਾਏ। ਬਾਏ ਸਰ